सतनाम श्री वाहिगुरु जी। ज्ञान त्यान किस कर्म न जाना, सार न जाना तेरी सबती बड़ा सतगुरु नानक। जिन कल राखी मेरी बदल देनू सबते बड़ा सतगुरु नानक। जिन कल राखी मेरी तुद आगे अरदास हमारी, तुद आगे अरदास हमारी। जियो पिंड सब तेरा कहो नानक, सब तेरी वड्याई कहो नानक, सब तेरी वड्याई। ज्ञान त्यान किस कर्म न जाना, सार न जाना तेरी सबते बड़ा सतगुरु नानक। जिन कल राखी मेरी एक दिन बाजा वाले कोलों
प्रेम सराही पीती। भाग हमारे लिखी फकीरी, सो मत कर लीती। पिछली उम्र गवाई है मैं, हर की भगत न कीती। सटदा वधा आगे समझ चलो नंद लाला, पासे बीती सो बीती। आगे समझ चलो नंद लाला, पासे बीती सो बीती। ਅਸੀਂ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਉਹ ਅਸੀਂ ਦਰ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਅਸੀਂ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਅਸੀਂ ਦਰ प्यारे जी, बड़े प्रताप वालिया। ओ प्यारे जी, बड़े प्रताप वालिया। 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 ਅਸੀਂ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਅਸੀਂ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਓਏ ਅਸੀਂ ਦਰ ਅਸੀਂ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ। ਅਸੀਂ ਦਰ ਤੇਰੇ ਦੇ ਗੋਲੇ, ਵੱਡੇ ਪ੍ਰਤਾਪ ਵਾਲਿਆ।
ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤ ਸੰਗਤ ਜੀਓ, ਆਪ ਮਾਈ ਭਾਈ ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਚਵਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਬੈਠ ਕਰਕੇ ਸਵੇਰ ਤੋਂ ਲੈ ਕਰਕੇ ਗੁਰਬਾਣੀ ਦੇ ਸੇਵਾਵਾਂ ਦੇ ਲਾਹੇ ਪ੍ਰਾਪਤ ਕਰਦੇ ਆ ਰਹੇ ਹੋ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਸਤਿਗੁਰਾਂ ਦੀ ਬਾਣੀ ਤੁਰ ਤੋਂ ਆਈ ਆ ਕਾਹਦੇ ਵਾਸਤੇ? ਚਿੰਤਾ ਨੂੰ ਮਿਟਾਉਣ ਵਾਸਤੇ। ਚਿੰਤਾ ਸਾਨੂੰ ਸਾਰਿਆਂ ਨੂੰ ਲੱਗੀਆਂ ਹੋਈਆਂ ਨੇ। ਕਿਸੇ ਨੂੰ ਕਾਸੇ ਦੀ ਚਿੰਤਾ ਹੈ, ਕਿਸੇ ਨੂੰ ਕਾਸੇ ਦੀ ਚਿੰਤਾ ਹੈ। ਚਿੰਤਾ ਸਾਨੂੰ ਸਾਰਿਆਂ ਨੂੰ ਲੱਗੀਆਂ ਹੋਈਆਂ ਨੇ। ਚਿੰਤਾ ਤੋਂ ਕੋਈ ਨਹੀਂ ਬਚਿਆ ਹੋਇਆ, ਰੱਬ ਦੇ ਪਿਆਰੇ ਨੂੰ ਵੀ ਚਿੰਤਾ ਲੱਗੀਆਂ ਹੋਈਆਂ ਨੇ। ਸਾਨੂੰ ਚਿੰਤਾ ਦੁਨਿਆਵੀ ਲੋਕਾਂ ਨੂੰ ਕਾਹਦੀਆਂ ਨੇ? ਕਿਸੇ ਨੂੰ ਕੋਠੀ ਬਣਾਉਣ ਦੀ ਚਿੰਤਾ ਲੱਗੀ ਹੋਈ ਹੈ, ਘਰ ਬਣਾਉਣ ਦੀ ਚਿੰਤਾ ਲੱਗੀ ਹੈ। ਕਿਸੇ ਨੂੰ ਕਾਸੇ ਦੀ ਚਿੰਤਾ ਲੱਗੀ ਆ। ਤਾਂ ਗੁਰਮੁਖ ਪਿਆਰਿਓ, ਘਰ ਵਿੱਚ ਬਿਮਾਰੀਆਂ ਆ ਜਾਣ ਤਾਂ ਚਿੰਤਾ ਲੱਗੀ ਰਹਿੰਦੀ ਆ। ਪਰ ਸਾਰੀਆਂ ਚਿੰਤਾ ਨੂੰ ਦੂਰ ਕਰਨ ਵਾਸਤੇ
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚਖੰਡ ਤੋਂ ਬਾਣੀ ਲੈ ਕੇ ਆਂਦੀ ਆ। ਇਹ ਦਰਗਾਹੀ ਬਾਣੀ ਆ ਭਾਈ, ਧੁਰ ਤੋਂ ਆ। ਜਦੋਂ ਗੁਰਬਾਣੀ ਉਚਾਰਨ ਕਰਨੀ ਹੁੰਦੀ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਮਰਦਾਨਿਆ ਰਵਾਬ ਚੁੱਕ ਤੇ ਬਾਣੀ ਆਈ ਆ। ਕਿੱਥੋਂ ਆਈ ਆ ਬਾਣੀ? ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਇਹ ਗੁਰਬਾਣੀ ਧੁਰ ਤੋਂ ਆਈ ਆ। ਸਾਰੀਆਂ ਚਿੰਤਾ ਸਗਲੀ, ਇੱਕ ਨਹੀਂ ਦੋ ਨਹੀਂ, ਸਗਲੀ ਸਾਰੀਆਂ ਚਿੰਤਾ। ਹੁਣ ਬਾਣੀ ਤਾਂ ਧੁਰ ਤੋਂ ਚਿੰਤਾ ਮਿਟਾਉਣ ਵਾਸਤੇ ਆ ਗਈ, ਪਰ ਅਸੀਂ ਆਪਣੀਆਂ ਚਿੰਤਾ ਨੂੰ ਮਿਟਾਉਣ ਵਾਸਤੇ ਘਰਾਂ ਦੇ ਵਿੱਚ ਨਹੀਂ ਗੁਰੂ ਕੋਲ ਆ ਸਕਦੇ। ਚੱਲ ਕੇ ਆਖੋ ਸਤਿਨਾਮ ਵਾਹਿਗੁਰੂ ਜੀ। ਗੁਰਾਂ ਦੀ ਬਾਣੀ ਤਾਂ ਧੁਰ ਤੋਂ ਆ ਗਈ ਆ ਸਾਡੇ ਵਾਸਤੇ, ਚਿੰਤਾ ਦੇ ਰੋਗ ਦੂਰ ਕਰਨ ਵਾਸਤੇ, ਸਾਡੀਆਂ ਬਿਮਾਰੀਆਂ ਠਮਾਰੀਆਂ ਦੂਰ ਕਰਨ ਵਾਸਤੇ। ਲੇਕਿਨ ਅਸੀਂ ਆਪਣੇ ਘਰਾਂ ਦੇ ਵਿੱਚੋਂ ਚੱਲ ਕੇ ਗੁਰਾਂ ਦੇ ਕੋਲ ਨਹੀਂ ਆ ਸਕਦੇ। ਇਹ ਦੱਸੋ ਫਿਰ ਸਾਡੀਆਂ ਚਿੰਤਾ ਬਿਮਾਰੀਆਂ ਦੂਰ ਕਿਵੇਂ ਹੋਣਗੀਆਂ? ਗੁਰੂ ਦੇ ਚਰਨਾਂ ਵਿੱਚ ਆਉਣੀ ਬੜਾ ਔਖਾ ਹੈ, ਗੁਰੂ ਦੇ ਚਰਨਾਂ ਵਿੱਚ ਬਹਿਣੀ ਬੜਾ ਔਖਾ ਹੈ। ਬਾਕੀ ਸਾਰੇ ਕੰਮ ਸੌਖੇ ਨੇ। ਮਹਾਰਾਜ ਜੀ ਕਹਿੰਦੇ ਆਖਣ ਔਖਾ ਸਾਚਾ ਨਾਉ, ਸਭ ਤੋਂ ਵੱਡਾ ਸਭ ਤੋਂ ਔਖਾ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਮਹਾਪੁਰਸ਼ ਲੰਘੇ ਜਾ ਰਹੇ ਨੇ, ਮਿਸਤਰੀ ਲੱਗੇ ਹੋਏ ਨੇ, ਗਾਰੇ ਦੇ ਨਾਲ ਚਿਣਾਈ ਕਰ ਰਹੇ ਨੇ। ਉਹਨਾਂ ਨੇ ਕੀ ਕੀਤਾ? ਸਾਧੂ ਸੀ, ਵਸਤਰ ਪਾਏ ਹੋਏ ਨੇ ਸਫੈਦ ਰੰਗ ਦੇ ਚਿੱਟੇ, ਮਾਲਾ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ। ਤਾਂ ਗੁਰਮੁਖ ਪਿਆਰਿਓ, ਸੇਵਾਦਾਰ ਨੇ ਛਤਰੀ ਉੱਪਰ ਤਾਣੀ ਹੋਈ ਹੈ ਧੁੱਪ ਤੋਂ। ਜਿਹੜੇ ਮਿਸਤਰੀ ਸਨ ਉਹ ਕਹਿਣ ਲੱਗੇ ਵੀ ਕਹਿੰਦੇ ਨਜ਼ਾਰਾ ਤਾਂ ਇਹਨਾਂ ਨੂੰ ਆ, ਬਾਬਿਆਂ ਨੂੰ ਆ, ਸੰਤਾਂ ਨੂੰ ਨਜ਼ਾਰਾ ਹੈ। ਚਿੱਟੇ ਰੰਗ ਦੇ ਕੱਪੜੇ, ਵਧੀਆ ਖਾਣਾ ਪੀਣਾ, ਮਾਲਾ ਹੱਥ ਦੇ ਵਿੱਚ ਫੜੀ ਹੋਈਆਂ, ਇਹਨਾਂ ਨੂੰ ਨਜ਼ਾਰਾ ਹੈ। ਐ ਗੱਲਾਂ ਕਰਦੇ ਕਰਦੇ ਗਾਰੇ ਦੀ ਕਾਂਡੀ ਝਾੜਤੀ, ਮਹਾਂਪੁਰਖਾਂ ਦੇ ਉੱਪਰ ਛਿੱਟੇ ਪੈ ਗਏ। ਚੇਲੇ ਕਹਿਣ ਲੱਗੇ, ਕਹਿੰਦੇ ਜੀ ਇਹਨਾਂ ਦਾ ਕਰ ਦਈਏ ਫਿਰ ਥੌਲਾ ਥੋੜਾ ਜਿਹਾ। ਮਹਾਂਪੁਰਖ ਕਹਿੰਦੇ ਨਹੀਂ ਭਾਈ। ਉਹਨਾਂ ਨੇ ਸੁਣ ਲਿਆ ਸੀ ਮਹਾਂਪੁਰਖਾਂ ਨੇ ਵੀ ਇਸ ਤਰ੍ਹਾਂ ਮਖੌਲ ਕਰ ਰਹੇ ਨੇ ਉੱਪਰ ਖੜੇ ਪੈੜ ਤੇ। ਕਹਿੰਦੇ ਨਹੀਂ, ਇਹਨਾਂ ਨੂੰ ਕੁਛ ਨਹੀਂ ਕਹਿਣਾ। ਤਾਂ ਗੁਰਮੁਖ ਪਿਆਰਿਓ, ਮਹਾਂਪੁਰਖ ਚੁੱਪ ਚਪੀਤੇ ਚਲੇ ਗਏ। ਦੂਸਰੇ ਦਿਨ ਸਿੰਘ ਭੇਜਿਆ, ਸੇਵਾਦਾਰ ਭੇਜਿਆ, ਕਹਿੰਦੇ ਜਾਓ ਮਿਸਤਰੀਆਂ ਦੇ ਕੋਲ ਜਾ ਕੇ ਆਓ, ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਵੀ ਅੱਜ ਦੀ ਇੱਕ ਦਿਹਾੜੀ ਸਾਡੇ ਲਾ ਦਿਓ, ਇੱਕ ਦਿਹਾੜੀ ਸਾਡੇ ਲਾ ਦਿਓ। ਕਹਿੰਦੇ ਮਾਇਆ ਵੀ ਤਿੱਗਣੀ ਦੇ ਦਿਆਂਗੇ, ਤਿੱਗਣੀ ਛੱਡੋ ਚੌਗੁਣੀ ਦੇ ਦਿਆਂਗੇ। ਜੇ 500 ਰੁਪਏ ਦਿਹਾੜੀ ਹੈ ਤਾਂ 2000 ਦੇ ਦਿਆਂਗੇ। ਆਓ ਇੱਕ ਦਿਨ ਸਾਡੇ ਲਾ ਦਿਓ, ਮਹਾਂਪੁਰਸ਼ਾਂ ਨੇ ਕਿਹਾ। ਹੁਣ ਮਾਇਆ ਦਾ ਲਾਲਚ ਕਿੰਨੇ ਤਿਆਗਿਆ? ਮਾਇਆ ਦਾ ਲਾਲਚ ਕਿੰਨੇ ਤਿਆਗਿਆ?
ਮਾਇਆ ਦੇ ਲਾਲਚ ਪਿੱਛੇ ਤਾਂ ਬੰਦੇ ਤੋਂ ਜੋ ਮਰਜ਼ੀ ਕਰਾ ਲਓ ਉਹੀ ਕਰ ਦੇਗਾ। ਕੋ ਸਤਨਾਮ ਵਾਹਿਗੁਰੂ ਜੀ। ਜੋ ਕਰਾ ਲਓ ਉਹੀ ਕਰ ਦੇਗਾ। ਤਾਂ ਗੁਰਮੁਖ ਪਿਆਰਿਓ, ਹੁਣ ਇਹ ਇਹਨਾਂ ਨੇ ਕਿਹਾ ਵੀ ਉਧਰ ਦਾ ਆਪਾਂ ਨੂੰ 500 ਰੁਪਏ ਬਣਨਾ, ਇੱਧਰ 2000 ਰੁਪਏ ਬਣਨਾ। ਇੱਕ ਦਿਨ ਇੱਧਰ ਨਾਗਾ ਮਾਰ ਦਿੰਦੇ ਆ, ਉਧਰ ਚੱਲਦੇ ਆ। ਮਹਾਂਪੁਰਖਾਂ ਨੇ ਚਵਾਰੇ ਦੇ ਵਿੱਚ ਬਿਲਕੁਲ ਸਾਫ ਸੁਥਰਾ ਆਸਣ ਲਾ ਦਿੱਤਾ। ਚਿੱਟੇ ਰੰਗ ਦੇ ਵਸਤਰ ਵਿਛਾ ਦਿੱਤੇ, ਚਾਦਰਾਂ ਵਧੀਆਂ ਚਵਾਰੇ 'ਚ, ਮਾਲਾ ਰੱਖ ਦਿੱਤੀਆਂ। ਜਦੋਂ ਆਏ ਮਿਸਤਰੀ ਕਹਿੰਦੇ ਜੀ ਆ ਗਏ ਆ। ਮਹਾਂਪੁਰਸ਼ ਕਹਿੰਦੇ ਨਹਾ ਕੇ ਆਏ ਹੋ? ਹੁਣ ਨਹਾਉਣ ਤੋਂ ਹਰ ਕੋਈ ਡਰਦਾ, ਅੱਧੇ ਤਾਂ ਗੁਰਦੁਆਰੇ ਨਹੀਂ ਆਉਂਦੇ ਨਹਾਉਣ ਦੇ ਮਾਰੇ, ਅੱਧੇ ਨਹਾਉਣ ਦੇ ਮਾਰੇ ਗੁਰਦੁਆਰੇ ਨਹੀਂ ਆਉਂਦੇ, ਬਹਾਨੇ ਜਿਹੇ ਬਣਾਈ ਜਾਂਦੇ ਨੇ। ਬਾਬਾ ਜੀ ਕੀ ਕਰੀਏ, ਬਸ ਆ ਹੀ ਨਹੀਂ ਜਾਂਦਾ। ਇਹ ਨਹੀਂ ਦੱਸਦੇ ਵੀ ਨਹਾਇਆ ਨਹੀਂ ਜਾਂਦਾ। ਆ ਜਿਹੜੇ ਹੁਣ ਪੈਸੇ ਦੇ ਕੇ ਜਾਂਦੇ ਨਾ, ਆ ਗੁਪਤਦਾਨ ਨੇ ਬੋਲਦੇ ਹੋ ਜੀ, ਬਸ ਪਤਾ ਵੀ ਕਿਹਾ ਬਾਬਾ ਜੀ ਨੇ 500 ਰੁਪਈਆ ਦੇ ਰਿਹਾ, 100 ਰੁਪਈਏ ਵੀ ਬੋਲਣਗੇ, ਫਿਰ ਪਤਾ ਲੱਗੂਗਾ ਵੀ ਫਲਾਣੇ ਨੇ 100 ਹੀ ਦੇ ਕੇ ਗਿਆ। ਬਾ ਗੁਪਤੀ ਰੱਖ ਲਿਓ ਜੀ। ਤਾਂ ਗੁਰਮੁਖ ਪਿਆਰਿਓ, ਮਹਾਂਪੁਰਖ ਕਹਿਣ ਲੱਗੇ ਨਹਾ ਕੇ ਆਏ ਹੋ? ਕਹਿੰਦੇ ਵੀ ਪਹਿਲੀ ਵਾਰ ਪੁੱਛਿਆ ਸਾਨੂੰ ਵੀ ਨਹਾ ਕੇ ਹੋ, ਅੱਗੇ ਇੰਨੇ ਚਿਰ ਹੋ ਗਏ ਕੰਮ ਕਰਦਿਆਂ ਨੂੰ, ਅੱਗੇ ਨਹੀਂ ਕਿਸੇ ਨੇ ਪੁੱਛਿਆ। ਨਹਾਉਣ ਤੋਂ ਡਰੀ ਜਾਂਦੇ ਆ। ਬਾਕੀ ਕਹਿਣਗੇ ਜੀ ਬਸ ਬਾਬਾ ਜੀ ਉੱਠ ਹੀ ਨਹੀਂ ਗਿਆ। ਉਰੇ ਤਾਂ ਕਹਿ ਦੇਗਾ ਵੀ ਉੱਠਿਆ ਨਹੀਂ ਗਿਆ, ਅੱਗੇ ਨਹੀਂ ਬਹਾਨਾ ਚੱਲਣਾ। ਉੱਥੇ ਨਹੀਂ ਕਿਤੇ ਬਹਾਨਾ ਚੱਲਣਾ, ਉੱਥੇ ਤਾਂ ਪੁੱਛਣਾ ਵੀ ਦੱਸ ਕਿਉਂ ਨਹੀਂ ਗੁਰਦੁਆਰੇ ਗਿਆ, ਕਿਉਂ ਨਹੀਂ ਭਜਨ ਕੀਤਾ। ਜਦੋਂ ਕਚਹਿਰੀ ਲੱਗਣੀ ਆ ਨਾ, ਫਿਰ ਉੱਥੇ ਪੁੱਛਿਆ ਜਾਣਾ ਵੀ ਦੱਸ ਕਿਆ ਤੈ ਖਟਿਆ, ਕਹਾਂ ਗਵਾਇਆ, ਹਰ ਫਰਮਾਨ ਦਰਗਾਹ ਕਾ ਆਇਆ, ਚਲੋ ਦੀਵਾਨ ਸਤਾ ਬੁਲਾਇਆ। ਉੱਥੇ ਜਦੋਂ ਬੁਲਾਇਆ ਜਾਣਾ ਨਾ, ਫਿਰ ਉੱਥੇ ਪੁੱਛਿਆ ਜਾਣਾ ਵੀ ਦੱਸ ਤੂੰ ਸੰਸਾਰ ਦੇ ਵਿੱਚ ਭੇਜਿਆ ਸੀ, ਤੈਨੂੰ ਕੀ ਖੱਟ ਕੇ ਲੈ ਕੇ ਆਇਆ, ਕੀ ਗਵਾਇਆ ਹੈ, ਕੀ ਖੱਟਿਆ ਹੈ। ਇੱਥੇ ਤਾਂ ਬਹਾਨੇ ਚੱਲ ਜਾਂਦੇ ਨੇ। ਕਈ ਕਹਿਣਗੇ ਬਾਬਾ ਜੀ ਕੀ ਕਰੀਏ ਜੀ, ਗੋਡੇ ਦੁਖਦੇ ਆ, ਬਸ ਆ ਹੀ ਨਹੀਂ ਆ, ਬੈਠੇ ਨਹੀਂ ਜਾਂਦਾ। ਕੀ ਕਹਿਣਗੇ ਜੀ ਉੱਥੇ ਮਾੜਾ ਜਿਹਾ ਇੰਤਜ਼ਾਮ ਕਰ ਦਿਓ, ਬੈਠਣ ਨੂੰ ਕੋਈ ਸਟੂਲ ਸਟਾਲ ਜੇ ਲਾ ਦਿਓ, ਮਾੜਾ ਮੋਟਾ ਬਹਿ ਜਾ ਕਰਾਂਗੇ। ਆ ਪਿਆ 10,000 ਰੁਪਏ ਲਾਇਆ, ਪਰ 5 ਦਿਨ ਹੋ ਗਏ ਇੱਕ ਵੀ ਨਹੀਂ ਬੈਠਾ। ਆਖੋ ਸਤਨਾਮ ਵਾਹਿਗੁਰੂ ਜੀ। ਨਾਲੇ ਇਹ ਗੁਰ ਮਰਿਆਦਾ ਤੋਂ ਉਲਟ ਨੇ, ਇਹ ਗੁਰ ਮਰਿਆਦਾ ਤੋਂ ਉਲਟ ਨੇ ਸਿਰੇ ਆਮ। ਅਸੀਂ ਸਾਡੀ ਜਥੇਬੰਦੀ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਦਾ 10 ਨੂੰ ਸਾਰੇ ਮਹਾਂਪੁਰਖਾਂ ਵੱਲੋਂ ਕੌਮੀ ਪ੍ਰਧਾਨ ਬਣਾਇਆ ਗਿਆ। ਤੁਸੀਂ ਬੋਰਡਾਂ ਦੇ ਉੱਤੇ ਦੇਖਦੇ ਹੋ ਲਿਖਿਆ ਹੋਇਆ। ਅਸੀਂ ਲੋਕਾਂ ਦੇ ਘਰਾਂ ਤੋਂ ਜਾ ਕੇ, ਥਾਂ ਥਾਂ ਤੋਂ, ਗੁਰਦੁਆਰਿਆਂ ਤੋਂ ਜਾ ਕੇ ਅੰਦਰੋਂ ਕੁਰਸੀਆਂ ਸਟੂਲ ਚੁਕਾਉਂਦੇ ਆ ਕਿ ਚੱਕੋ ਇਹ ਨਰਾਦਰੀ ਆ। ਜੇ ਭਲਾ ਉਰੇ ਆ ਜਾਣ ਵੀ ਬਾਬੇ ਦੇ ਗੁਰਦੁਆਰੇ ਦੇਖ ਕੇ ਹੀ ਜਾ ਕੇ, ਫੇਰ ਕੀ ਕਹਾਂਗੇ ਵੀ ਅਗਲਾ ਕਹਿੰਦਾ ਵੀ ਸਾਡੇ ਚੁਕਾਏ ਪਏ ਨੇ, ਆ ਰੱਖੇ ਪਏ ਨੇ। ਬੈਠਣਾ ਕਿਸੇ ਨੇ ਨਹੀਂ ਹੈ, ਇੱਕ ਬਹਾਨਾ ਜੀ ਹੁੰਦਾ ਬਸ ਵੀ ਗੁਰਦੁਆਰੇ ਆਉਣ ਦਾ। ਜਿੱਦੇ ਕੋਈ ਆ ਗਿਆ ਉਰੇ, ਮੈਂ ਤਾਂ ਕਮੇਟੀ ਨੂੰ ਮੂਹਰੇ ਕਰ ਦੇਣਾ ਵੀ ਆ ਇਹਨਾਂ ਨੇ ਬਣਾਏ ਨੇ ਭਾਈ। ਇਸ ਕਰਕੇ ਇਹ ਗੁਰਮਰਿਆਦਾ ਤੋਂ ਉਲਟਾ, ਪਰ ਅਸੀਂ ਬਹਾਨਾ ਬਣਾ ਲੈਂਦੇ ਹਾਂ। ਕਮੇਟੀ ਵਾਲਿਆਂ ਨੂੰ ਤੰਗ ਕਰੀਏ ਨਾ, ਬਸ ਉੱਥੇ ਸਟੂਲ ਜੇ ਰੱਖ ਦਿਓ, ਉੱਥੇ ਮੇਜ਼ ਲਾ ਦਿਓ, ਉੱਥੇ ਐ ਹੋ ਜੂ, ਐ ਹੋ ਜੂ।
10 दिन हो गए, 10,000 रुपये लग्या होया, एक भी नहीं बैठिया। ਅਸੀਂ ਪਹਿਲਾਂ ਸਟੂਲ ਜੇ ਲਿਆਂਦੇ ਸੀ, ਉਹ ਮੈਂ ਚੁਕਾਏ, ਫਿਰ ਮੈਂ ਚੱਕੋ ਇੱਥੇ ਬਹਿੰਦਾ ਤਾਂ ਹੈ ਨਹੀਂ ਕੋਈ, ਐਵੇਂ ਤੁਸੀਂ ਮੇਰੀ ਵੀ ਡਾਂਗ ਫਰਾਉਂਗੇ। ਤਾਂ ਗੁਰਮੁਖ ਪਿਆਰਿਓ, ਬਹਾਨਾ ਇੱਥੇ ਚੱਲ ਜਾਏਗਾ, ਅੱਗੇ ਨਹੀਂ ਚੱਲੇਗਾ। ਅੱਗੇ ਤਾਂ ਮਹਾਰਾਜ ਜੀ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜਾ ਹੈ, ਚੁਣ ਬੱਖ ਕੱਢੇ ਜਜਮਾਲਿਆ। ਉੱਥੋਂ ਖੜਾ ਕੇ ਚੁਣਿਆ ਜਾਣਾ ਹੈ, ਵੱਖਰੇ ਕੀਤਾ ਜਾਣਾ। ਮੈਂ ਦੇਖ ਰਿਹਾ ਸੀ ਅੱਜ ਨਰੇਗਾ ਵਾਲੀਆਂ ਬੀਬੀਆਂ ਨੂੰ ਸਵੇਰੇ ਜਦੋਂ ਹਾਜ਼ਰੀ ਲੱਗੀ ਸੀ, ਪਹਿਲਾਂ ਇੱਕ ਪਾਸੇ ਇਕੱਠੇ ਕਰ ਲਏ, ਫਿਰ ਹਾਜ਼ਰੀ ਲੱਗੀ ਫਲਾਣਾ। ਤਾਂ ਗੁਰਮੁਖ ਪਿਆਰਿਓ, ਨਾਮ ਲੈ ਲੈ ਕੇ ਫਿਰ ਉਹ ਵੱਖਰੇ ਵੱਖਰੇ ਕੱਢੀ ਗਏ। ਇਸੇ ਤਰ੍ਹਾਂ ਉੱਥੇ ਵੀ ਸਾਨੂੰ ਕੱਢਿਆ ਜਾਣਾ, ਚੁਣ ਕੇ। ਚੁਣ ਬੱਖ ਕੱਢੇ ਜਜਮਾਲਿਆ, ਕਹਿੰਦੇ ਵੱਖਰਾ ਕੀਤਾ ਜਾਣਾ ਚੁਣ ਕੇ। ਫਿਰ ਪੁੱਛੇ ਜਾਣੇ ਵੀ ਕਿਆ ਤੈਂ ਖਟਿਆ, ਕਿਆ ਗਵਾਇਆ ਹਰ ਦਰਗਾਹ ਕਾ। ਜਦੋਂ ਉੱਥੇ ਹੁਕਮ ਆਉਂਦਾ ਨਾ, ਪ੍ਰਵਾਨ ਆਉਂਦਾ, ਫਿਰ ਪੁੱਛਿਆ ਜਾਣਾ ਹੈ। ਇਸ ਕਰਕੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ, ਸੇਵਾ ਕਰੀਏ, ਸਿਮਰਨ ਕਰੀਏ, ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਸੇਵਾ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪਾਵਰਾਂ ਨੇ। ਸੇਵਾ ਕਰਕੇ, ਸਿਮਰਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਤਾਂ ਗੁਰਮੁਖ ਪਿਆਰਿਓ, ਕੱਲ ਆਪਾਂ ਅੱਜ ਸਵੇਰੇ ਵਿਚਾਰ ਕਰ ਰਹੇ ਸੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ। ਕਿੱਡਾ ਬੈਰਾਗਮਈ ਇਤਿਹਾਸ, ਕਿੱਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 4 ਜਿਗਰ ਦੇ ਟੋਟੇ ਵਾਰ ਕੇ ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ, ਆਪਣੇ ਧੀਆਂ ਪੁੱਤਰ ਬਣਾਇਆ ਹੈ। ਮਾਤਾ ਜੀਤਾ ਜੀ ਨੇ ਪੁੱਛਣਾ ਕੀਤਾ, ਕਹਿੰਦੇ ਲਾਲ ਨਜ਼ਰ ਨਹੀਂ ਆਉਂਦੇ। स्वामी जी लाल नजर नहीं आते। सतगुरु कलगीधर पातशाह गुरु गोबिंद सिंह महाराज जी कहते आ बैठे ने सारे, कहते नहीं सतगुरु अपने जोरावर सिंह ते फतेह सिंह, जीत सिंह ते जुझार सिंह वो नज़र नहीं आते। महाराज जी कहते लाड़ी मौत दे नाल विआह ते दो सरहंद दियां नीहां, दो चमकौर दी गढ़ी, वो लाड़ी मौत दे नाल विआह दिते। आओ आप इथों ही अज बरागमई इतिहास छोटे साहिबजादियां दा। तां गुरमुख प्यारिओ, गंगू दे घर तो जदों साहिबजादियां नूं लैके चले, गड्डियां दे उत्ते सिपाहियां ने बिठाया साहिबजादियां नूं, माता गुजर कौर नूं, ते नाल ही गंगू नूं भी नाले तोर ले, भी चल तेनों भी चोरी दे केस अंदर करांगे। साहिबजादे निक्कियां निक्कियां कलंगियां लगियां हुईयां ने, गड्डियां दे उत्ते बैठे ने। माता गुजर कौर
ਮਾਤਾ ਗੁਜਰ ਕੌਰ ਤਾਂ ਗੁਰਮੁਖ ਪਿਆਰਿਓ 80 ਸਾਲ ਦੀ ਉਮਰ ਮਾਤਾ ਗੁਜਰ ਕੌਰ ਦੀ। 80 ਸਾਲ ਦੀ ਉਮਰ ਆ ਮਾਤਾ ਗੁਜਰ ਕੌਰ ਦੀ। ਬੱਚੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੇ ਹਜੇ ਪੂਰੇ ਨਹੀਂ ਸੀ ਹੋਏ। ਤਾਂ ਗੁਰਮੁਖ ਪਿਆਰਿਓ ਸਾਹਿਬਜ਼ਾਦਿਆਂ ਨੂੰ ਗੱਡੇ ਦੇ ਵਿੱਚ ਬਿਠਾਈ ਲੈ ਜਾਂਦੇ ਨੇ। ਖੂਹ ਦੇ ਉੱਤੋਂ ਲੜਕੀਆਂ ਭੈਣਾਂ ਪਾਣੀ ਭਰ ਰਹੀਆਂ ਨੇ। ਉਹ ਪੁੱਛਦੀਆਂ ਨੇ, ਦੇਖਦੀਆਂ ਨੇ, ਕਹਿੰਦੀਆਂ ਭੈਣੋ ਉਹ ਦੇਖੋ ਸਾਹਮਣੇ ਕੋਈ ਕਹੇ ਰਾਮ ਤੇ ਲక్ష్మణ ਜਾਂਦਾ, ਕੋਈ ਕਹੇ ਰੂਪ ਤੇ ਬਸੰਤ ਵਰਗੇ ਲੱਗਦੇ ਆ, ਕੋਈ ਕਹੇ ਇਹ ਫਲਾਣੇ ਵਰਗੇ ਲੱਗਦੇ ਆ। ਜਿਹੜੀਆਂ ਭੈਣਾਂ ਆਨੰਦਪੁਰ ਸਾਹਿਬ ਜਾਂਦੀਆਂ ਸੀ, ਦਰਸ਼ਨ ਕਰਦੀਆਂ ਸੀ, ਉਹ ਕਹਿਣ ਲੱਗੀਆਂ ਨਾ ਭੈਣੋ ਇਹ ਨਾ ਤੇ ਰੂਪ ਤੇ ਬਸੰਤ ਨੇ, ਨਾ ਤੇ ਰਾਮ ਤੇ ਲక్ష్మణ ਨੇ। ਉਹ ਭੈਣਾਂ ਕਹਿਣ ਲੱਗੀਆਂ ਆਓ ਗੱਜ ਵੱਜ ਕੇ ਪਹਿਲੇ ਹਿੱਸੇ 'ਚ ਦਾਸ, ਫਿਰ ਜਥੇ ਵਾਲੇ ਨੇ ਸਾਰਿਆਂ ਨੇ ਗੱਜ ਵੱਜ ਕੇ ਬੋਲਣਾ। ਤੀਜੇ ਹਿੱਸੇ ਵਿੱਚ ਭੈਣਾਂ ਦਾ ਸ਼ਬਦ ਵਿੱਚ ਗੱਜ ਵੱਜ ਕੇ ਬੋਲ ਕੇ ਰਸਮ ਪਵਿੱਤਰ ਕਰਨਾ। ਉਹ ਜਿਹੜੀਆਂ ਲੜਕੀਆਂ ਭੈਣਾਂ ਪਾਣੀ ਭਰ ਰਹੀਆਂ ਨੇ ਖੂਹ ਤੋਂ, ਉਹ ਕਹਿਣ ਲੱਗੀਆਂ ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ। ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ। ਬੋਲੋ ਸਾਰੇ। ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ। ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ। ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ, ਮੇਰਾ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ। ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਰੇ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਏ। ਕਲਗੀਧਰ ਦੇ ਰਾਜ ਦੁਲਾਰੇ, ਮਾਤਾ ਗੁਜਰੀ ਦੀ ਅੱਖ ਦੇ ਤਾਏ। ਇਹ ਜੋੜੀ ਲਾਲਾਂ ਦੀ ਕਲਗੀਧਰ ਦੇ ਰਾਜ ਦੁਲਾਰੇ, ਇਹ ਜੋੜੀ
ਲਾਲਾ ਦੀ ਕਲਗੀਧਰ ਦੇ ਰਾਜ ਦੁਲਾਰੇ ਇਹ ਜੋੜੀ ਲਾਲਾ ਦੀ ਕਲਗੀਧਰ ਦੇ ਰਾਜ ਦੁਲਾਰੇ ਇਹ ਜੋੜੀ ਲਾਲਾ ਦੀ ਕਲਗੀਧਰ ਦੇ ਰਾਜ ਦੁਲਾਰੇ ਜੋੜੀ ਲਾਲਾ ਦੀ ਕਲਗੀਧਰ ਦੇ ਰਾਜ ਦੁਲਾਰੇ ਇਹ ਜੋੜੀ ਲਾਲਾ ਦੀ ਕਲਗੀਧਰ ਦੇ ਰਾਜ ਦੁਲਾਰੇ। ਉਹ ਭੈਣਾਂ ਕਹਿਣ ਲੱਗੀਆਂ ਇਹ ਜੋੜੀ ਲਾਲਾਂ ਦੀ ਜਿਹੜੀ ਨਾ ਇਹ ਕਲਗੀਧਰ ਦੇ ਰਾਜ ਦੁਲਾਰੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ। ਉਹ ਕਹਿਣ ਲੱਗੀਆਂ ਭੈਣੋ ਇਹਨਾਂ ਨੂੰ ਲਈ ਕਿਉਂ ਜਾਂਦੇ ਨੇ, ਨਿੱਕੇ ਨਿੱਕੇ ਬੱਚੇ ਆ, ਇਹਨਾਂ ਦਾ ਕੀ ਕਸੂਰ ਹੈ। ਜਿਹੜੀਆਂ ਜਾਣਦੀਆਂ ਸੀ ਕਹਿੰਦੀਆਂ ਇਹਨਾਂ ਦਾ ਕਸੂਰ ਨਹੀਂ ਹੈ, ਕਸੂਰ ਤਾਂ ਆ ਗੰਗੂ ਦਾ ਜਿਹਨੂੰ ਨਾਲ ਨਹੀਂ ਜਾਂਦੇ ਨੇ, ਬੰਨੀ ਜਾਂਦੇ ਨੇ। ਇਹਨੇ ਲਾਲਚ ਦੇ ਵਿੱਚ ਆ ਕੇ ਪਕੜਾਏ ਨੇ। ਤਾਂ ਗੁਰਮੁਖ ਪਿਆਰਿਓ, ਮਰਿੰਡੇ ਥਾਣੇ ਦੇ ਵਿੱਚ 10 ਪੋਹ ਦੀ ਰਾਤ ਮਰਿੰਡੇ ਥਾਣੇ ਦੇ ਵਿੱਚ ਲੈ ਗਏ ਬੱਚਿਆਂ ਨੂੰ। ਥਾਣੇ ਦੇ ਵਿੱਚ ਲਿਜਾ ਕੇ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ। ਕੋਈ ਕੱਪੜਾ ਨਹੀਂ ਦਾਲੇ, ਕੋਈ ਕੁਝ ਨਹੀਂ, ਕਿਸੇ ਨੇ ਤਰਸ ਵੀ ਨਹੀਂ ਖਾਦਾ, ਕਿਸੇ ਨੇ ਤਰਸ ਵੀ ਨਹੀਂ ਕੀਤਾ। ਸਾਜਰੇ ਸਾਜਰੇ ਸੂਬੇ ਸਰਹੰਦ ਵੱਲ ਨੂੰ ਦਰੋਗਾ ਗਿਆ। ਅੱਗੇ ਸੂਬਾ ਸਰਹੰਦ ਧੁੱਪ ਦੇ ਵਿੱਚ ਬੈਠਾ, ਅੱਕਿਆ ਹੋਇਆ ਬੈਠਾ ਵੀ ਇੰਨੀ ਫੌਜ ਵੀ ਮਰਵਾ ਲਈ, ਲੱਖਾਂ ਹੀ ਬੰਦੇ ਮਰਵਾ ਲਏ, ਨਾ ਆਨੰਦਪੁਰ ਦਾ ਖਜ਼ਾਨਾ ਹੱਥ ਲੱਗਿਆ ਤੇ ਨਾ ਗੁਰੂ ਗੋਬਿੰਦ ਸਿੰਘ ਹੱਥ ਲੱਗਿਆ। ਇਹ ਸੋਚਾਂ ਦੇ ਵਿੱਚ ਡੁੱਬਿਆ ਹੋਇਆ, ਬੜੀਆਂ ਸੋਚਾਂ ਸੋਚ ਰਿਹਾ। ਤਾਂ ਹੁਣ ਗੁਰਮੁਖ ਪਿਆਰਿਓ, ਜਦੋਂ ਇਸ ਨੇ ਜਾ ਕੇ ਆਵਾਜ਼ ਮਾਰੀ, ਕਹਿੰਦੇ ਸੂਬਾ ਜੀ, ਅੱਗੋਂ ਭੱਜ ਕੇ ਪਿਆ। ਕਹਿੰਦਾ ਕੀ ਆ? ਉਹ ਕਹਿੰਦਾ ਮੈਂ ਪਹਿਲੀ ਬੜੀ ਦੁਖੀ ਜਾ, ਚਲੇ ਜਾ। ਦਰੋਗਾ ਕਹਿਣ ਲੱਗਾ ਖੁਸ਼ਖਬਰੀ ਲੈ ਕੇ ਆਇਆ। ਖੁਸ਼ਖਬਰੀ ਲੈ ਕੇ ਆਇਆ। ਕਹਿੰਦੇ ਕਿਹੜੀ ਖੁਸ਼ਖਬਰੀ, ਕਾਦੀ? ਕਹਿੰਦੇ ਜੀ ਗੁਰੂ ਕੇ ਲਾਲ ਛੋਟੇ ਸਾਹਿਬਜ਼ਾਦੇ ਮਰਿੰਡੇ ਥਾਣੇ ਦੇ ਵਿੱਚ ਕੈਦ ਕਰਕੇ ਲੈ ਕੇ ਆਇਆ। ਉਹਨਾਂ ਦੇ ਮਾਤਾ ਗੁਜਰ ਕੌਰ ਸਾਡੇ ਥਾਣੇ ਦੇ ਵਿੱਚ ਕੈਦ ਨੇ। ਸੂਬਾ ਸਰਹੰਦ ਇੱਕਦਮ ਖੁਸ਼ ਹੋ ਗਿਆ। ਕਹਿੰਦੇ ਵੀ ਹੁਣ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਹੋਣਗੇ, ਉਹ ਪੁੱਤਰਾਂ ਦੇ ਮੋਹ ਦੇ ਵਿੱਚ, ਮਾਂ ਦੇ ਮੋਹ ਦੇ ਵਿੱਚ ਆਪਣੇ ਆਪ ਹੀ ਭੱਜ ਕੇ ਆਉਣਗੇ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਨਹੀਂ ਹੈ ਕਿ ਉਹ ਪੁੱਤਰਾਂ ਦੇ ਨਾਲ ਮੋਹ ਨਹੀਂ ਕਰਦੇ ਸੀ। ਆਨੰਦਪੁਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚੁੱਕ ਕੇ ਖਿਡਾਉਂਦੇ ਵੀ ਸੀ ਮਹਾਰਾਜ ਆਪਣੇ ਪੁੱਤਰਾਂ ਨੂੰ, ਲਾਡ ਵੀ ਲੜਾਇਆ ਕਰਦੇ ਸੀ। ਨਰਮੋਹ ਨਹੀਂ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਪੁੱਤਰਾਂ ਨੂੰ ਪਿਆਰ ਵੀ ਕਰਦੇ ਸੀ। ਇਹ ਕਹਿੰਦਾ ਮੋਹ ਦੇ ਵਿੱਚ ਹੁਣ ਭੱਜੇ ਆਉਣਗੇ।
ਮੋਹ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਦਿਨ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸਾਹਮਣੇ ਪਏ ਸੀ, ਜਦੋਂ ਚਮਕੌਰ ਦੀ ਗੜੀ ਛੱਡ ਕੇ ਜਾਣ ਲੱਗੇ ਸੀ, ਬੰਦ ਹੋ ਜਾਂਦਾ। ਛੱਡ ਕੇ ਜਾਣ ਲੱਗੇ ਜਦੋਂ, ਉਸ ਦਿਨ ਸਾਹਿਬਜ਼ਾਦਿਆਂ ਦਾ ਵੱਡਿਆਂ ਦਾ ਵੀ ਮੋਹ ਨਹੀਂ ਕੀਤਾ। ਭਾਈ ਦਿਆਲ ਸਿੰਘ ਜੀ ਕਹਿੰਦਾ ਸੱਚੇ ਪਾਤਸ਼ਾਹ ਇੰਨੇ ਨਿਰਮੋਹੀ ਹੋ ਗਏ ਹੋ ਤੁਸੀਂ, ਤੁਹਾਡੇ ਸਾਹਿਬਜ਼ਾਦਿਆਂ ਦੇ ਸੀਸ ਸਰੀਰ ਪਏ ਨੇ, ਜਾਂਦੇ ਜਾਂਦੇ ਇਹਨਾਂ ਦੇ ਉੱਤੇ ਕਫਨੇ ਪਾ ਜਾਓ, ਇਹਨਾਂ ਦੇ ਜਾਂਦੇ ਜਾਂਦੇ ਕਫਨੇ ਪਾ ਜਾਓ ਤਾਂ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਾਈ ਦਿਆਲ ਸਿੰਘ ਜਿਹੜੇ ਹੋਰ 35 ਸਿੰਘ ਪਏ ਨੇ ਉਹ ਵੀ ਮੇਰੇ ਪੁੱਤਰੇ ਨੇ, ਉਹ ਵੀ ਮੇਰੇ ਪੁੱਤਰ ਹੀ ਨੇ। ਜੇ ਤੈਨੂੰ ਐਨਾ ਹੀ ਆ ਤੇ ਸਾਰਿਆਂ ਦੇ ਉੱਪਰ ਕੱਪੜਾ, ਸਾਰਿਆਂ ਉੱਪਰ ਕਫਨ ਪਾ ਦੇ। ਕਹਿੰਦਾ ਮਹਾਰਾਜ ਜੀ ਇੰਨਾ ਕਿੱਥੇ ਆਪਣੇ ਕੋਲ ਕੱਪੜਾ ਇੱਥੇ। ਮਹਾਰਾਜ ਜੀ ਕਹਿੰਦੇ ਸਾਰਿਆਂ ਵਾਸਤੇ ਨਹੀਂ ਨਾ ਹੈ, ਫਿਰ ਜੀਤ ਉਹਨਾਂ ਵਾਸਤੇ ਵੀ ਨਹੀਂ ਹੈ। ਸ਼ਹੀਦ ਹੋਏ ਪਏ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਖਾਲਸਾ ਦੇ ਹੁਕਮ ਕਰਨ ਤੋਂ ਮਹਾਰਾਜ ਜੀ ਤਾੜੀ ਮਾਰ ਕੇ ਕੱਚੀ ਗੜੀ ਤੋਂ ਗਏ ਨੇ, ਚੁੱਪ ਚਪੀਤੇ ਨਹੀਂ ਸੀ ਗਏ। ਮਹਾਰਾਜ ਜੀ ਨੇ ਤਾੜੀ ਮਾਰ ਕੇ ਕਹਿੰਦੇ ਚੱਲਿਆ ਸਿੱਖਾਂ ਦਾ ਗੁਰੂ ਜੀ ਦੇ ਵਿੱਚ ਪਾਵਰ ਆ ਤਾਂ ਰੋਕ ਲਵੋ। ਕੱਲ ਨੂੰ ਕੋਈ ਇਹ ਨਾ ਕਹਿ ਦਵੇ ਵੀ ਡਰਦੇ ਮਾਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੱਚੀ ਗੜੀ ਤੋਂ ਚਲੇ ਗਏ ਚਮਕੌਰ ਤੋਂ। ਮਹਾਰਾਜ ਜੀ ਨੇ ਤਾੜੀ ਮਾਰ ਕੇ ਉੱਚੀ ਦਣੇ ਉੱਚੀ ਆਵਾਜ਼ ਮਾਰ ਕੇ ਕਹਿੰਦੇ ਸਿੱਖਾਂ ਦਾ ਗੁਰੂ ਚੱਲਿਆ, ਆ ਤੁਹਾਡੀ 10-20 ਲੱਖ ਦੀ ਫੌਜ ਆ ਚੱਲਿਆ ਸਿੱਖਾਂ ਦਾ ਗੁਰੂ ਜੀ ਦੇ ਵਿੱਚ ਪਾਵਰ ਆ, ਤਾਂ ਆ ਕੇ ਘੇਰ ਕੇ ਵਿਖਾਓ। ਇੱਥੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਇਹ ਦੋ ਸਿੰਘਾਂ ਨੂੰ ਨਾਲ ਲੈ ਕੇ, ਵਾਹਿਗੁਰੂ 3 ਸਿੰਘਾਂ ਨੂੰ ਨਾਲ ਲੈ ਕੇ ਤੇ 2 ਸਿੰਘਾਂ ਨੂੰ ਪਿੱਛੇ ਛੱਡ ਦਿੱਤਾ। ਜਿਹੜਾ ਭਾਈ ਸੰਗਤ ਸਿੰਘ ਸੀ ਉਹਦੇ ਮੜੰਗੇ ਇਨ ਬਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗੇ ਸੀ। ਸੀਧ ਉੱਤੇ ਕਲਗੀ ਲਾ ਦਿੱਤੀ ਮਹਾਰਾਜ ਜੀ ਨੇ ਆਪਣੀ ਖੋਲ ਕੇ, ਬਾਣਾ ਪਹਿਨਾ ਦਿੱਤਾ, ਬਿਲਕੁਲ ਸਾਦਾ ਲਿਬਾਸ, ਪੈਰਾਂ ਦੇ ਵਿੱਚ ਜੋੜਾ ਨਹੀਂ ਮਹਾਰਾਜ ਨੇ ਪਾਇਆ, ਕੱਢ ਦਿੱਤਾ। ਸਿੰਘਾਂ ਦੀਆਂ ਲੋਥਾਂ ਪਈਆਂ ਵੀ ਕਿਸੇ ਦੇ ਸਿੰਘਾਂ ਦੇ ਕਕਾਰਾਂ ਦੇ ਨਾਲ ਜੋੜਾ ਨਾ ਲੱਗ ਜਾਏ, ਕਿਸੇ ਦੇ ਕੇਸਾਂ ਦੇ ਨਾਲ ਜੋੜਾ ਨਾ ਲੱਗ ਜਾਏ। ਮਹਾਰਾਜ ਜੀ ਨੇ ਜੋੜਾ ਕੱਢ ਦਿੱਤਾ। ਮਹਾਰਾਜ ਜੀ ਕਹਿੰਦੇ ਇਹ ਸਾਰੇ ਮੇਰੇ ਪੁੱਤਰ ਨੇ, ਜੇ ਕੱਪੜਾ ਕੱਫਣ ਤੇਰੇ ਕੋਲ ਸਾਰਿਆਂ ਵਾਸਤੇ ਤਾਂ ਪਾ ਦੇ। ਕਹਿੰਦਾ ਜੀ ਇੰਨਾ ਕਿੱਥੇ ਆ। ਮਹਾਰਾਜ ਜੀ ਕਹਿੰਦੇ ਫਿਰ ਆ ਜਾਓ, ਤੁਰਿਓ, ਇਹਨਾਂ ਦਾ ਪੱਲੂ ਇਹਨਾਂ ਦੇ ਮੁਖ ਤੇ ਮੋੜ ਦੇ। ਆਖੋ ਸਤਨਾਮ ਵਾਹਿਗੁਰੂ ਜੀ। ਇਹਨਾਂ ਦਾ ਪੱਲੂ ਜਿਹੜਾ ਗਲ 'ਚ ਪਰਨਾ ਪਾਉਣ ਨੂੰ ਪੱਲੂ ਕਹਿੰਦੇ ਨੇ, ਇਹਨਾਂ ਦਾ ਪੱਲੂ ਇਹਨਾਂ ਦੇ ਮੁਖੜੇ ਤੇ ਮੋੜ ਦੇ। ਆਓ ਚਲਿਓ ਸਿੱਧੇ। ਇੱਥੋਂ ਗੁਰਮੁਖ ਪਿਆਰਿਓ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਸੀ ਵਾੜੇ ਦੇ ਜੰਗਲਾਂ ਵੱਲ ਨੂੰ ਚੱਲ ਪਏ। ਰਾਤ ਦਾ ਹਨੇਰਾ ਹੈ,
ਨੰਗੇ ਪੈਰੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਕਹਿਣ ਲੱਗੇ, ਸਤਿਗੁਰੂ ਕਹਿਣ ਲੱਗੇ, ਕਹਿੰਦੇ ਉਹ ਸਿੱਧਾ ਤਾਰੇ ਤਾਰੇ ਦੀ ਸੇਧ ਦੇ ਵਿੱਚ ਆ ਜਾਣਾ, ਜੇ ਕਿਤੇ ਵਿਛੜ ਵੀ ਗਏ ਆਪਾਂ ਹਨੇਰੇ ਵਿੱਚ ਤਾਂ ਉਹ ਸਿੱਧਾ ਤਾਰੇ ਦੀ ਸੇਧ ਆ ਜਾਣਾ। ਹੁਣ ਰਾਤ ਦਾ ਜੰਗਲ ਦਾ ਹਨੇਰਾ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਕੰਡੇ ਬੜੇ ਵੱਜੇ। ਪਹਾੜੀ ਕਿਕਰਾਂ ਦੇ ਕੰਡੇ ਰੋੜੇ ਵੱਜੇ, ਕੰਡੇ ਵੱਜੇ ਤੇ ਜਾਮਾਂ ਦੀ ਜਿਹੜਾ ਚੋਲਾ ਉਹ ਪਾਟ ਕੇ ਲੀਰੋ ਲੀਰ ਹੋ ਗਿਆ। ਜਿਹੜੀ ਮਹਾਰਾਜ ਜੀ ਦੇ ਪਜਾਮੀ ਪਾਈ ਹੋਈ ਸੀ ਚੂੜੀਦਾਰ, ਉਹ ਪਜਾਮੀ ਵੀ ਝਾੜੀਆਂ ਦੇ ਵਿੱਚ ਫਟ ਕੇ ਲੀਰੋ ਲੀਰ ਹੋ ਗਈ। ਤਾਂ ਗੁਰਮੁਖ ਪਿਆਰੋ, ਜਿਹੜਾ ਜੋੜਾ ਸੀ ਮਖਮਲੀ, ਉਹ ਤਾਂ ਪਿੱਛੇ ਚਮਕੌਰ ਦੀ ਗੜੀ ਦੇ ਵਿੱਚ ਲਾਹਿਆ ਸੀ ਮਹਾਰਾਜ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲ ਦੇ ਵਿੱਚ ਜਾ ਰਹੇ ਨੇ, ਮਾਛੀਵਾੜੇ ਦੇ ਜੰਗਲ ਵਿੱਚ। ਪੈਰਾਂ ਦੇ ਵਿੱਚ ਜੋੜਾ ਨਹੀਂ ਰਿਹਾ, ਥੱਲੇ ਘੋੜਾ ਨਹੀਂ ਰਿਹਾ, ਬਾਜ ਨਹੀਂ ਰਿਹਾ, ਤਾਜ ਨਹੀਂ ਰਿਹਾ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾਂਦੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲੋਂ ਤਿੰਨੇ ਸਿੰਘ ਵਿਛੜ ਗਏ। ਹਨੇਰੇ ਵਿੱਚ ਪਤੀ ਨਹੀਂ ਲੱਗਿਆ ਹੈ। ਉਹ ਸਮੇਂ ਇਹ ਢੰਡੋਰਾ ਫਰਾਇਆ ਜਾ ਰਿਹਾ ਸੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੇ ਕਿਸੇ ਨੂੰ ਮਿਲ ਜਾਏ, ਕੋਈ ਦੇਖ ਲਏ, ਸਾਨੂੰ ਦੱਸ ਦਿਓ, ਅਸੀਂ ਉਹਨੂੰ ਮੂੰਹ ਮੰਗਾ ਇਨਾਮ ਦੇਵਾਂਗੇ। ਭਾਵੇਂ ਮੋਇਆ ਹੋਇਆ ਨੂੰ ਦੇ ਦਿਓ ਸਾਨੂੰ, ਭਾਵੇਂ ਜਿਉਂਦਿਆਂ ਨੂੰ ਪਕੜਾ ਦਿਓ। ਇਹ ਵੀ ਕਿਹਾ ਵੀ ਜਿਹੜਾ ਕੋਈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇਵੇਗਾ, ਬਾਲ ਬੱਚਾ ਉਹਦਾ ਵੀ ਨਹੀਂ ਸੱਦਣਾ। ਆਖੋ ਸਤਨਾਮ ਵਾਹਿਗੁਰੂ ਜੀ। ਸਾਰੇ ਡਰਦੇ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਕੱਲੇ ਤੁਰੇ ਜਾ ਰਹੇ ਨੇ। ਜਾਮਾ ਪਾਟ ਗਿਆ, ਪਜਾਮਾ ਜਿਹੜਾ ਪਾਇਆ ਹੋਇਆ ਸੀ ਚੂੜੀਦਾਰ ਰੇ ਪਜਾਮੀ, ਉਹ ਵੀ ਪਾਟ ਗਈ। ਜਾਂਦੇ ਜਾਂਦੇ ਮਹਾਰਾਜ ਜੀ ਸੋਚਦੇ ਨੇ, ਕਹਿੰਦੇ ਕਪੂਰਾ ਚੌਧਰੀ ਉਹ ਬੁਲਾਇਆ ਕਰਦਾ ਸੀ, ਚਲੋ ਅੱਜ ਕਹਿੰਦੇ ਉਹਦੇ ਕੋਲੇ ਜਾਇਆ ਉਹਨੇ, ਕਪੂਰੇ ਚੌਧਰੀ ਦੇ ਕੋਲ। ਸਤਿਗੁਰੂ ਕਪੂਰੇ ਚੌਧਰੀ ਦੇ ਕੋਲ, ਉਹਦੇ ਕੋਲ ਜਦੋਂ ਗਏ, ਥੱਲੇ ਉਹਦੇ ਮਹਿਲ ਦੇ ਪਸ਼ੂ ਬੰਨੇ ਹੋਏ ਸੀ ਤੇ ਉੱਪਰ ਕਪੂਰਾ ਚੌਧਰੀ ਰਹਿੰਦਾ ਸੀ। ਇਹ ਸ਼ਰਧਾਲੂ ਸੀ ਕਪੂਰਾ ਚੌਧਰੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਬਹੁਤ ਵਾਰੀ ਮਿੰਨਤਾਂ ਬੇਨਤੀ ਕੀਤੀਆਂ, ਮਹਾਰਾਜ ਜੀ ਕਦੇ ਮੇਰੇ ਵੀ ਗਰੀਬ ਦੀ ਛਪਰੀ 'ਚ ਚਰਨ ਪਾ ਦਿਓ। ਮਹਾਰਾਜ ਜੀ ਕਹਿੰਦੇ ਉਹ ਯਾਦ ਕਰਦਾ ਹੁੰਦਾ ਸੀ, ਚਲੋ ਉਹਦੇ ਕੋਲ ਚੱਲਦੇ ਆ। ਵਿੱਚ ਸੁਖਾਂਦੇ ਸਾਰੀ ਦੁਨੀਆ, ਨੇੜੇ ਹੋ ਵਹਿੰਦੀ, ਪਰਖੀ ਜਾਨ ਸੱਜਣ ਉਸ ਵੇਲੇ, ਜਦੋਂ ਬਾਜੀ ਉਲਟੀ ਪੈਂਦੀ। ਜਦੋਂ ਸੁੱਖ ਨੇ ਫਿਰ ਤਾਂ ਸਾਰੇ ਨੇੜੇ ਨੇੜੇ ਹੋ ਬਹਿੰਦੇ ਨੇ, ਜਦੋਂ ਬਾਜੀ ਉਲਟੀ ਪੈਂਦੀ ਹੈ ਨਾ, ਜਿਹੜੇ ਕਹਿੰਦੇ ਨੇ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ, ਤੇਰੇ ਬਿਨਾਂ ਮਰ ਜਾਵਾਂਗਾ, ਜੇ ਮੈਨੂੰ ਤੂੰ ਨਾ ਮਿਲਿਆ ਮੈਂ ਮਰ ਜਾਵਾਂਗਾ, ਬਿਪਤਾ ਪਈ ਦੇ ਵਿੱਚ ਉਹ ਵੀ ਛੱਡ ਜਾਂਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ।
ਜਦੋਂ ਕਪੂਰੇ ਚੌਧਰੀ ਦੇ ਕੋਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਤਾਂ ਗੁਰਮੁਖ ਪਿਆਰਿਓ ਥੱਲੇ ਡੰਗਰਾਂ ਵਾਲਾ ਤਵੇਲਾ ਸੀ, ਉੱਪਰ ਰਹਿਸ ਕੀਤੀ ਹੋਈ ਸੀ। ਜਾ ਕੇ ਜਿਹੜਾ ਕਪੂਰੇ ਦਾ ਨੌਕਰ ਸੀ ਉਹ ਕਹਿਣ ਲੱਗਾ, ਕਪੂਰਾ ਘਰੀ ਆ? ਨੌਕਰ ਕਹਿੰਦਾ ਹਾਂਜੀ ਕਪੂਰਾ ਘਰੀ ਆ। ਉਹ ਸੁਣ ਰਿਹਾ ਸੀ ਖੜਾ, ਉੱਪਰ ਦੇਖ ਵੀ ਲਿਆ ਸੀ ਉਹਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਤ ਨੂੰ ਆਏ ਨੇ। ਤਾਂ ਗੁਰਮੁਖ ਪਿਆਰਿਓ ਉਹ ਕਹਿਣ ਲੱਗੇ, ਮਹਾਰਾਜ ਜੀ ਕਹਿੰਦੇ ਜਾਓ, ਕਹਿੰਦੇ ਫਿਰ ਚੌਧਰੀ ਕਪੂਰੇ ਚੌਧਰੀ ਨੂੰ ਬੁਲਾ ਕੇ ਲੈ ਕੇ ਆਓ, ਅਸੀਂ ਉਹਨੂੰ ਮਿਲਣ ਵਾਸਤੇ ਆਏ ਆ। ਕਹਿੰਦੇ ਜੀ ਇਹ ਤਾਂ ਦੱਸੋ ਵੀ ਮੈਂ ਚੌਧਰੀ ਨੂੰ ਕੀ ਕਹਾਂ ਜਾ ਕੇ? ਕਹਿੰਦੇ ਇਹ ਕਹਿ ਦਿਓ ਵੀ ਆਨੰਦਪੁਰ ਵਾਲਾ ਗੁਰੂ ਆਇਆ ਖੁਦ ਸਤਨਾਮ। ਵਾਹਿਗੁਰੂ ਜੀ। ਆਨੰਦਪੁਰ ਵਾਲਾ ਗੁਰੂ ਆਇਆ ਹੈ। ਇਹ ਜਿਹੜਾ ਕਪੂਰੇ ਦਾ ਨੌਕਰ ਸੀ, ਇਹ ਕਪੂਰੇ ਦੇ ਕੋਲੋਂ ਗੁਰੂ ਦੀਆਂ ਗੱਲਾਂ ਸੁਣਦਾ ਹੁੰਦਾ ਸੀ, ਦਰਸ਼ਨ ਨਹੀਂ ਸੀ ਕੀਤੇ, ਗੁਰੂ ਜੀ ਬਾਰੇ ਸੁਣਦਾ ਹੁੰਦਾ ਸੀ। ਜਦੋਂ ਨੇ ਸੁਣਿਆ ਵੀ ਆਨੰਦਪੁਰ ਵਾਲਾ ਗੁਰੂ, ਵੀ ਇਹ ਹਾਲਤ ਕੀ ਬਣੀ ਪਈ ਆ ਮਹਾਰਾਜ ਜੀਆਂ ਦੀ, ਇਹ ਹਾਲਤ ਕੀ ਬਣੀ ਪਈ ਆ ਮਹਾਰਾਜ ਜੀ, ਕੀ ਹਾਲਾਤ ਨੇ। ਕਪੂਰੇ ਚੌਧਰੀ ਨੇ ਉੱਪਰੋਂ ਦੇਖ ਲਿਆ, ਕਿਉਂਕਿ ਉਹਨੂੰ ਪਤਾ ਸੀ ਵੀ ਢੰਡੋਰਾ ਫਰਾਇਆ ਹੋਇਆ, ਵੀ ਜਿਹੜਾ ਪਨਾਹ ਦੇਵੇਗਾ ਉਹਦਾ ਬਾਲ ਬੱਚਾ ਕੁਝ ਨਹੀਂ ਛੱਡਣਾ। ਕਪੂਰੇ ਚੌਧਰੀ ਦਾ ਨੌਕਰ ਜਾ ਕੇ ਉੱਪਰ ਕਹਿਣ ਲੱਗਿਆ, ਸਰਦਾਰ ਜੀ ਆਨੰਦਪੁਰ ਵਾਲੇ ਗੁਰੂ ਆਏ ਨੇ। ਇਹਨੇ ਕਹਿਣਾ ਕੀਤਾ ਕਪੂਰੇ ਚੌਧਰੀ ਨੇ, ਕਹਿੰਦਾ ਜਾ ਆਏ ਕਹਿ ਦੋ ਜਾ ਕੇ ਵੀ ਉਹ ਤਾਂ ਘਰੇ ਨਹੀਂ ਹਨ। ਮਹਾਰਾਜ ਜੀ ਨੇ ਆਵਾਜ਼ ਸੁਣ ਲਈ, ਜਦੋਂ ਨੌਕਰ ਨੂੰ ਕਹਿ ਵੀ ਨਾ ਵੀ ਕਹਿ ਦਿਓ ਘਰੇ ਨਹੀਂ ਹਨ, ਆਵਾਜ਼ ਸੁਣ ਲਈ ਮਹਾਰਾਜ ਜੀ ਨੇ। ਜਦੋਂ ਨੌਕਰ ਥੱਲੇ ਉਤਰ ਕੇ ਆਇਆ, ਕਹਿੰਦਾ ਮਹਾਰਾਜ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੈਂ ਚੁੱਪ ਕਰ, ਮੈਂ ਸਭ ਕੁਝ ਸੁਣ ਲਿਆ, ਕੋਈ ਨਹੀਂ, ਨਗਰੀ ਵਸਦੀ ਭਲੀ ਸਾਧੂ ਚੱਲਦੇ ਭਲੇ। ਕਪੂਰੇ ਦਾ ਨੌਕਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖ ਕੇ ਪੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ। ਸੱਚੇ ਪਾਤਸ਼ਾਹ ਐਸੀ ਹਾਲਤ ਤੁਹਾਡੀ, ਮਹਾਰਾਜ ਜੀ ਕਹਿੰਦੇ ਸਮਾਂ ਨਹੀਂ ਹੈ ਗੱਲਾਂ ਬਾਤਾਂ ਕਰਨ ਦਾ ਸਾਡੇ ਕੋਲ, ਕੋਈ ਨਹੀਂ ਫਿਰ ਸੀ ਕਦੇ। ਫਿਰ ਉਹ ਕਹਿੰਦਾ ਵੀ ਮੈਂ ਤੁਹਾਡੀ ਕਿਵੇਂ ਸੇਵਾ ਕਰਾਂ, ਕਾਹਦੇ ਨਾਲ ਸੇਵਾ ਕਰਾਂ, ਤੁਸੀਂ ਆਇਓ ਚੱਲ ਕੇ, ਮੈਂ ਕੀ ਸੇਵਾ ਕਰਾਂ। ਇੱਕ ਟਿੰਡ ਪਈ ਸੀ, ਖੂਹ ਵਾਲੀ ਟਿੰਡ, ਉਹ ਖੂਹ ਵਾਲੀ ਟਿੰਡ ਪਈ ਸੀ, ਉਹ ਟਿੰਡ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਗ ਪਾ ਕੇ ਦਿੱਤੀ। ਮਹਾਰਾਜ ਆ ਟਿੰਡ ਦੇ ਵਿੱਚ ਅੱਗ ਪਾ ਦਿੱਤੀ ਹੈ, ਤੁਸੀਂ ਸੇਕ ਲਿਓ, ਇਹਨੂੰ ਨਾਲ ਲੈ ਜਾਓ, ਠੰਡ ਬੜੀ ਵਗ ਰਹੀ ਆ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਟਿੰਡ ਸੀ ਜਿਹੜੀ ਨਾਲ ਲੈ ਕੇ ਚਲੇ ਗਏ। ਉਸ ਦਿਨ ਤੋਂ ਚੌਧਰੀ ਕਪੂਰੇ ਦਾ ਖਹਿੜਾ ਛੱਡ ਦਿੱਤਾ ਨੌਕਰ ਨੇ, ਕਹਿੰਦਾ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹਨੇ ਮੇਰਾ ਕੀ ਬਣਨਾ ਹੈ, ਛੱਡ ਦਿੱਤਾ ਨੌਕਰੀ, ਛੱਡ ਦਿੱਤੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੈ ਕੇ ਗੁਰਮੁਖ ਪਿਆਰਿਓ ਟਿੰਡ ਜੰਗਲਾਂ ਵਿੱਚ ਫੇਰ ਤੁਰੇ ਜਾ ਰਹੇ ਨੇ। ਮਹਾਰਾਜ ਜੀ ਦੇ ਪੈਰਾਂ ਦੇ ਵਿੱਚ ਰੋੜੇ ਵੱਜ ਕੇ, ਸਾਲੇ ਵੱਜ ਕੇ, ਕੰਡੇ ਵੱਜ ਕੇ ਪੈਰਾਂ ਦੇ ਵਿੱਚ ਲਹੂ ਵਗਣ ਲੱਗ ਪਿਆ।
ਲਹੂ ਵਗ ਰਿਹਾ ਹੈ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਉਹ ਪੈਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਜਾਮਾ ਲੀਰੋ ਲੀਰ ਹੋ ਗਿਆ। ਜੋੜਾ ਜਾਮਾ ਲੀਰੋ ਉਹ ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੇ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਜੋੜਾ ਜਾਮਾ ਲੀਰੋ ਲੀਰ ਹੋ ਗਿਆ। ਪੈਰਾ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪਿਆਰਿਓ ਜਾਮਾ ਲੀਰੋ ਲੀਰ ਹੋ ਗਿਆ। ਪਿਆਰਿਓ ਜਾਮਾ ਲੀਰੋ ਲੀਰ ਹੋ ਗਿਆ। ਪਿਆਰੇ ਜੀ ਜਾਮਾ ਲੀਰੋ ਲੀਰ ਹੋ ਗਿਆ। ਪਿਆਰੇ ਜੀ ਜਾਮਾ ਲੀਰੋ ਲੀਰ ਹੋ ਗਿਆ। ਲੀਰੋ ਲੀਰ ਹੋ ਗਿਆ। ਪਿਆਰੇ ਜੀ ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਮਖਮਲੀ ਜੋੜਾ ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦਿੰਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਜਾ ਰਹੇ ਨੇ। ਪੈਰਾਂ ਦੇ ਵਿੱਚੋਂ ਇੰਨਾ ਲਹੂ ਵਗਣ ਲੱਗ ਪਿਆ, ਹੁਣ ਮਹਾਰਾਜ ਜੀ ਤੋਂ ਤੁਰਿਆ ਨਹੀਂ ਗਿਆ। ਇੱਕ ਜੰਡ ਦੇ ਥੱਲੇ ਤਾਂ ਗੁਰਮੁਖ ਪਿਆਰੇ ਜਿਹੜੀ ਟਿੰਡ ਦੇ ਵਿੱਚ ਅੱਗ ਪਾ ਕੇ ਦਿੱਤੀ ਸੀ ਨਾ, ਉਹ ਅੱਗ ਤਾਂ ਠੰਡੀ ਹੋ ਗਈ, ਰਾਖ ਬਣ ਗਈ। ਮਹਾਰਾਜ ਜੀ ਨੇ ਉਹ ਰਾਖ ਨੂੰ ਪਰੇ ਡੋਲ ਕੇ ਤੇ ਜੰਡ ਦੇ ਥੱਲੇ ਉਹ ਟਿੰਡ ਦਾ ਸਰਾਣਾ ਲਾ ਕੇ ਮਹਾਰਾਜ ਜੀ ਪੈ ਗਏ। ਇੰਨੇ ਥੱਕ ਗਏ ਕਿ ਤੁਰੇ ਹੀ ਨਹੀਂ ਗਿਆ ਮਹਾਰਾਜ ਜੀ ਤੋਂ, ਇੰਨੇ ਪੈਰਾਂ ਦੇ ਵਿਸਾਲੇ ਹੋ ਗਏ, ਲਹੂ ਵਗਦਾ।
ਤਾਂ ਗੁਰਮੁਖ ਪਿਆਰਿਓ, ਹੁਣ ਜਦੋਂ ਪੈਰਾਂ ਦੇ ਵਿੱਚ ਲਹੂ ਵਗਦਾ, ਤੁਰਿਆ ਨਹੀਂ ਗਿਆ, ਮਹਾਰਾਜ ਜੀ ਅੱਕ ਥੱਕ ਕੇ ਟਿੰਡ ਦਾ ਸਰਾਣਾ ਲਾ ਕੇ ਸੌਂ ਗਏ। ਤਾਂ ਗੁਰਮੁਖ ਪਿਆਰਿਓ, ਇੱਧਰੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਸਤਿਗੁਰੂ ਨੂੰ ਲੱਭਦੇ ਫਿਰਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਤੋਂ ਬਿਨਾ ਇਹਨਾਂ ਤਿੰਨਾਂ ਦਾ ਮਰਨਾ ਹੋਇਆ ਪਿਆ ਹੈ ਵੀ ਕਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਮਿਲਣਗੇ। ਇੱਧਰੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਉਹ ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਸੰਗ ਤੇ ਸਾਰਾ ਪਰਿਵਾਰ ਵਾਰ ਕੇ, ਸੰਗ ਤੇ ਸਾਰਾ ਪਰਿਵਾਰ ਵਾਰ ਕੇ। ਉਹ ਸੰਗ ਤੇ ਸਾਰਾ ਪਰਿਵਾਰ ਵਾਰ ਕੇ। ਪਿਆਰੇ ਜੀ ਸਾਰਾ ਪਰਿਵਾਰ ਵਾਰ ਕੇ। ਯਾਰੇ ਸਾਰਾ ਪਰਿਵਾਰ ਵਾਰ ਕੇ। ਪਿਆਰੇ ਜੀ ਸਾਰਾ ਪਰਿਵਾਰ ਵਾਰ ਕੇ। ਸਤਿਗੁਰ ਟਿੰਡ ਦਾ ਸਰਾਣਾ ਲਾ ਕੇ ਸੌਂ ਗਏ, ਸਾਰਾ ਪਰਿਵਾਰ ਵਾਰ ਕੇ। ਸਤਿਗੁਰ ਟਿੰਡ ਦਾ ਸਰਾਣਾ ਲਾ ਕੇ ਸੌਂ ਗਏ, ਸਾਰਾ ਪਰਿਵਾਰ ਵਾਰ ਕੇ। ਦਾ ਸਰਾਣਾ ਲਾ ਕੇ ਸੌਂ ਗਏ, ਉਹ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਏ, ਸਾਰਾ ਪਰਿਵਾਰ ਵਾਰ ਕੇ। ਨਾ ਲਾ ਕੇ ਸੌਂ ਗਏ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡੇ ਦਾ ਸਰਾਣਾ ਲਾ ਕੇ ਸੌਂ ਗਏ, ਸਾਰਾ ਪਰਿਵਾਰ ਵਾਰ ਕੇ। ਤਾਂ ਗੁਰਮੁਖ ਪਿਆਰਿਓ, ਟਿੰਡੇ ਦਾ ਸਰਾਣਾ ਲਾ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੈ ਗਏ। ਸਰੀਰ ਥੱਕਿਆ ਆਕਿਆ ਹੋਇਆ, ਪੈਰਾਂ ਦੇ ਵਿੱਚ ਚਰਨਾਂ ਦੇ ਵਿੱਚ ਲਹੂ ਵਗ ਰਿਹਾ। ਸਿੰਘ ਲੱਭਦੇ 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 ਲੱਭਦਿਆਂ ਨੂੰ ਦਿਨ ਚੜ ਗਿਆ ਤੇ ਸਤਿਗੁਰੂ
ਜਦੋਂ ਦੇਖਿਆ ਸਿੰਘਾਂ ਨੇ ਤਾਂ ਮਹਾਰਾਜ ਜੀ ਪਏ ਨੇ, ਹਜੇ ਦਿਨ ਚੜ੍ਹਨ ਵਾਲੀ ਸੀ। ਸਤਿਗੁਰੂ ਜੀ ਪਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਸਤਿਗੁਰੂ ਦੀ ਹਾਲਤ ਵੇਖ ਕੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਪਏ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹੋ ਜਿਹੀ ਹਾਲਤ ਵੇਖ ਕੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਪਏ। ਸਤਿਗੁਰੂ ਜੀ ਨੂੰ ਉਠਾਇਆ ਨਹੀਂ ਇਹਨਾਂ ਨੇ, ਜਾ ਕੇ ਕੋਲ ਬਹਿ ਗਏ। ਚਰਨ ਦੇ ਵਿੱਚ ਖੂਨ ਵਗ ਰਿਹਾ, ਮਹਾਰਾਜ ਜੀ ਦੇ ਲੱਤਾਂ ਨੂੰ ਦੱਬਣ ਲੱਗ ਗਏ। ਮਹਾਰਾਜ ਜੀ ਨੇ ਚੀਸ ਵੱਟੀ। ਜਦੋਂ ਅੱਖਾਂ ਖੋਲ ਕੇ ਦੇਖੀਆਂ ਸਤਿਗੁਰੂ ਜੀ ਨੇ ਤਾਂ ਤਿੰਨੇ ਸਿੰਘ, ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਸਾਡਾ ਬੁਰਾ ਹਾਲ ਹੋ ਗਿਆ, ਤੁਹਾਡੇ ਬਿਨਾਂ ਅਸੀਂ ਕਾਹਦੇ ਆ। ਤਾਂ ਗੁਰਮੁਖ ਪਿਆਰਿਓ, ਸਿੱਖ ਦਾ ਗੁਰੂ ਬਿਨਾਂ ਕਾਹਦਾ ਜਿਉਣਾ ਹੈ। ਕਿਉਂ? ਕਿਉਂਕਿ ਗੁਰੂ ਤੇ ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਨਾ, ਤੇ ਗੁਰੂ ਵੀ ਸਿੱਖ ਨੂੰ ਰੱਜ ਕੇ ਪਿਆਰ ਕਰਦਾ। ਦੁਨਿਆਵੀ ਪ੍ਰੀਤੀ ਅੰਗੀ ਹੁੰਦੀ ਹੈ, ਇੱਕ ਪ੍ਰੇਮ ਕਰਦਾ ਤੇ ਦੂਸਰਾ ਨਹੀਂ ਕਰਦਾ। ਪਰ ਇੱਥੇ ਦੋ ਅੰਗੀ ਪ੍ਰੀਤੀ ਹੈ। ਗੁਰੂ ਸਿੱਖ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਵੀ ਫਿਰ ਸਿੱਖ ਨੂੰ ਰੱਜ ਕੇ ਪਿਆਰ ਕਰਦਾ ਹੈ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਜੀ ਤੁਹਾਡੇ ਬਿਨਾਂ ਅਸੀਂ ਬੜੇ ਕੱਲੇ ਕੱਲੇ ਹੋ ਗਏ, ਤੁਹਾਡੇ ਬਿਨਾਂ ਸਾਡਾ ਕਾਹਦਾ ਜਿਉਣਾ ਹੈ। ਕਾਹਦਾ ਜੀਵਣਾ ਕਾਹਦਾ ਜੀਵਣਾ ਬਾਜ ਪਿਆਰੇ ਆਪਣੇ, ਕਾਹਦਾ ਜੀਵਣਾ ਬਾਜ ਪਿਆਰੇ ਆਪਣੇ। ਕਾਹਦਾ ਜੀਵਨਾ ਬਾਜ ਪਿਆਰੇ ਆਪਣੇ, ਕਾਹਦਾ ਜੀਵਨਾ ਬਾਜ ਪਿਆਰੇ ਆਪਣੇ। ਕਾਹਦਾ ਜੀਵਨਾ ਬਾਜ ਪਿਆਰੇ ਆਪਣੇ, ਕਾਹਦਾ ਜੀਵਨਾ ਬਾਜ ਪਿਆਰੇ ਆਪਣੇ। ਉਹ ਕਾਹਦਾ ਜੀਵਣਾ ਬਾਜ ਪਿਆਰੇ ਆਪਣੇ, ਕਾਹਦਾ ਜੀਵਣਾ ਬਾਜ ਪਿਆਰੇ ਆਪਣੇ। ਕਾਹਦਾ ਜੀਵਨਾ ਬਾਜ ਪਿਆਰੇ ਆਪਣੇ ਹੋ, ਜੀਵਨਾ ਬਾਜ ਪਿਆਰੇ ਆਪਣੇ।
ਜੀਵਨ ਬਾਜ ਪਿਆਰੇ ਆਪਣੇ। ਤਾਂ ਗੁਰਮੁਖ ਪਿਆਰਿਓ, ਤਿੰਨੇ ਜਣੇ ਤੜਫਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚੇ। ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਸਾਡਾ ਬੜਾ ਬੁਰਾ ਹਾਲ ਹੋ ਗਿਆ। ਜਦੋਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦੇਖੇ, ਕੰਡਿਆਂ ਦੇ ਨਾਲ, ਰੋੜਿਆਂ ਦੇ ਨਾਲ ਵੱਜ ਕੇ ਲਹੂ ਲਹਾਨ ਹੋਇਆ। ਸਿੰਘ ਭੁੱਬਾ ਮਾਰ ਕੇ ਰੋਣ ਲੱਗ ਪਏ। ਸੱਚੇ ਪਾਤਸ਼ਾਹ, ਚਲੋ ਹੁਣ ਆਪਾਂ ਇੱਥੋਂ ਚੱਲੀਏ, ਹੁਣ ਆਪਾਂ ਚੱਲੀਏ। ਮੁਗਲ ਆਪਣੇ ਪਿੱਛੇ ਲੱਗੇ ਹੋਏ ਨੇ। ਅਸੀਂ ਸੁਣਿਆ ਉਹਨਾਂ ਨੇ ਇਹ ਢੰਡੋਰਾ ਦਿੱਤਾ ਹੋਇਆ ਵੀ ਜਿੱਥੇ ਵੀ ਗੋਬਿੰਦ ਜਿਉਂਦਾ ਮਿਲ ਜਾਏ ਉਹਨੂੰ ਫੜ ਕੇ ਸਾਡੇ ਹਵਾਲੇ ਕਰੋ, ਦੱਸਣ ਵਾਲੇ ਨੂੰ ਇਨਾਮ ਦਿੱਤਾ ਜਾਏਗਾ। ਮਹਾਰਾਜ ਜੀ, ਦਿਨ ਚੜ ਗਿਆ ਤੇ ਚਲੋ ਆਪਾਂ ਇੱਥੋਂ ਚੱਲੀਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਸਿੰਘੋ ਵੀ ਮੈਥੋਂ ਹੁਣ ਤੁਰਿਆ ਨਹੀਂ ਜਾਂਦਾ, ਮੇਰੇ ਹੁਣ ਧਰਤੀ ਨੂੰ ਪੈਰ ਨਹੀਂ ਲੱਗ ਰਹੇ, ਹੁਣ ਬੇਵਾਹ ਹੋਈ ਪਈ ਹੈ ਪੈਰਾਂ ਕਰਕੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਦਿਆਲ ਸਿੰਘ ਜੀ ਨੇ, ਜਿਵੇਂ ਆਪਾਂ ਬੱਚੇ ਨੂੰ ਚੁੱਕਦੇ ਆ ਨਾ, ਐ ਮਹਾਰਾਜ ਜੀ ਨੂੰ ਮੋਢੇ ਚੁੱਕ ਲਿਆ। ਕੋ ਸਤਿਨਾਮ ਵਾਹਿਗੁਰੂ ਜੀ। ਚੁੱਕ ਕੇ ਨਾਲ ਹੀ ਖੂਹੀ ਸੀ, ਉੱਥੇ ਮਹਾਰਾਜ ਜੀ ਨੂੰ ਖੂਹੀ ਤੇ ਲੈ ਕੇ ਜਲ ਛਕਾਇਆ ਤੇ ਸਤਿਗੁਰੂ ਜੀ ਨੂੰ ਇਸ਼ਨਾਨ ਪਾਣੀ ਕਰਾਇਆ ਤੇ ਸਿੰਘਾਂ ਨੇ ਆਪ ਇਸ਼ਨਾਨ ਪਾਣੀ ਕੀਤਾ ਤੇ ਪੰਜ ਬਾਣੀਆਂ ਦਾ ਇੱਥੇ ਨਿਤਨੇਮ ਕੀਤਾ। ਜਿੱਥੇ ਸਤਿਗੁਰੂ ਜੀ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਸੀ ਨਾ, ਅੱਜ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਮਾਸੀਵਾੜੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜਿਸ ਖੂਹੀ ਦੇ ਉੱਤੇ ਮਹਾਰਾਜ ਜੀ ਨੇ ਨਿਤਨੇਮ ਕੀਤਾ ਸੀ ਪੰਜ ਬਾਣੀਆਂ ਦਾ, ਸਿੰਘਾਂ ਨੇ ਪਾਠ ਸੁਣਾਇਆ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਉਹ ਖੂਹੀ ਵੀ ਅੱਜ ਲੱਖਾਂ ਲੋਕੀ ਦਰਸ਼ਨ ਕਰਦੇ ਨੇ। ਅਸੀਂ ਕਿਰਾ ਸ਼ੇਰ ਮਾਜਰੇ ਸੀ, ਉਦੋਂ ਸੰਗਤਾਂ ਨੂੰ ਯਾਤਰਾ ਵਾਸਤੇ ਲੈ ਕੇ ਗਏ। ਰਾਤ ਨੂੰ 12 ਵੱਜ ਗਏ ਜਦੋਂ ਅਸੀਂ ਮਾਸੀਵਾੜੇ ਪਹੁੰਚੇ। ਮੈਨੂੰ ਕਹਿਣ ਲੱਗੇ, ਸੰਗਤ ਕਹਿੰਦੀ ਜੀ ਹੁਣ ਟਾਈਮ ਬਹੁਤ ਹੋ ਗਿਆ, ਬੱਸ ਮੋੜ ਲਓ ਵੀ ਹੁਣ ਆਪਾਂ ਨੂੰ ਕਿੰਨੇ ਉੱਥੇ ਬਣਨ ਦੇਣਾ, ਦਰਵਾਜ਼ੇ ਲੱਗੇ ਹੋਣੇ ਆ, ਬੱਸ ਮੋੜ ਲਓ ਵੀ ਆਪਾਂ ਵਾਪਸ ਚੱਲਦੇ ਆ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਵਾਪਸ ਨਹੀਂ ਮੋੜਨਾ, ਆਪਾਂ ਹੁਣ ਆਇਆ ਤੇ ਆਪਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਡੀਕ ਰਹੇ ਨੇ। ਆਖੋ ਸਤਿਨਾਮ ਵਾਹਿਗੁਰੂ ਜੀ। ਆਪਾਂ ਨੂੰ ਉਡੀਕ ਰਹੇ ਨੇ, ਆਪਾਂ ਦਰਸ਼ਨ ਕਰਕੇ ਹੀ ਜਾਵਾਂਗੇ। ਆ ਮਹਾਰਾਜ ਦੇ ਚਰਨਾਂ ਦੇ ਵਿੱਚ ਖੜੇ ਆ, ਬੈਠੇ ਆ। ਜਦੋਂ ਸੰਗਤਾਂ ਦੀ ਬੱਸ ਲੈ ਕੇ ਅਸੀਂ ਮੇਨ ਗੇਟ ਤੇ ਆਏ ਤਾਂ ਗੁਰਮੁਖ ਪਿਆਰਿਓ, ਇੱਕ ਸਿੰਘ ਲੰਮਾ ਦਾੜਾ, ਲੰਮੇ ਕੱਦ ਦਾ ਬਰਸਾ ਹੱਥ ਦੇ ਵਿੱਚ ਫੜਿਆ ਹੋਇਆ, ਉਹ ਕਹਿਣ ਲੱਗੇ, ਜੀ ਆਓ, ਜੀ ਆਇਆਂ ਨੂੰ ਆਓ, ਅੰਦਰ ਆਓ। ਜਿੱਥੇ ਗੁਰਮੁਖ ਪਿਆਰਿਓ ਖੂਹੀ ਆ, ਉਹ ਖੂਹੀ ਦੇ ਦਰਸ਼ਨ ਕਰਵਾਏ। ਕਹਿਣ ਲੱਗੇ, ਲੰਗਰ ਤਿਆਰ ਹੈ, ਲੰਗਰ ਛਕੋ, ਪ੍ਰਸ਼ਾਦਾ ਛਕੋ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸੀ। ਉੱਥੇ ਫਿਰ ਸਤਿਗੁਰੂ ਜੀ ਨੇ ਪ੍ਰਕਾਸ਼ ਤੇ ਜਿੱਥੇ ਉੱਥੇ ਸੰਗਤਾਂ ਨੂੰ ਸਾਰਿਆਂ ਨੂੰ ਬਿਠਾਇਆ।
ਮੈਂ ਉੱਥੇ ਫਿਰ ਕਿਹਾ ਸੀ ਸੰਗਤਾਂ ਨੂੰ, ਮੈਂ ਕਿਹਾ ਦੇਖ ਲਓ, ਤੁਹਾਨੂੰ ਕਿਹਾ ਸੀ ਨਾ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਡੀਕ ਰਹੇ ਨੇ। ਆਪਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਿਆ ਉਹੀ ਜੋਤ ਨੇ। ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋਤ ਨੇ। ਆਹ ਦੇਖੋ ਹੁਣ ਤੁਸੀਂ ਪ੍ਰਤੱਖ ਬੈਠੇ ਹੋ ਕਿ ਨਹੀਂ ਬੈਠੇ। ਮਹਾ ਕਹਿੰਦੇ ਬਾਬਾ ਜੀ ਤੁਹਾਡੇ ਬਚਨ, ਜਿਹੜਾ ਵੀ ਤੁਸੀਂ ਬਚਨ ਕਰਦੇ ਹੋ ਪੱਕਾ ਪੂਰਾ ਨਿਕਲਦਾ। ਸੱਚੀ ਗੱਲ ਨਿਕਲੀ ਤੁਹਾਡੀ, ਨਹੀਂ ਤਾਂ ਅਸੀਂ ਮੁੜ ਜਾਣਾ ਸੀ। ਤਾਂ ਕਦੇ ਦਰਸ਼ਨ ਹੀ ਨਹੀਂ ਕੀਤੇ ਸੀ ਮਾਸੀ ਵਾਲੇ, ਤੁਸੀਂ ਸਾਨੂੰ ਦਰਸ਼ਨ ਕਰਵਾਏ। ਜਦੋਂ ਸਰਦਾ ਦੇ ਨਾਲ ਵਿਸ਼ਵਾਸ ਦੇ ਨਾਲ ਤੁਰਦੇ ਆ ਨਾ, ਤਾਂ ਗੁਰਮੁਖ ਪਿਆਰਿਓ ਸਤਿਗੁਰੂ ਕਿਰਪਾ ਕਰਦੇ ਨੇ, ਮਿਹਰ ਕਰਦੇ ਨੇ। ਇਸੇ ਤਰ੍ਹਾਂ ਅਸੀਂ ਇੱਧਰ ਯਾਤਰਾ ਕਰਕੇ ਆ ਰਹੇ ਸੀ, ਸਾਰੇ ਗੁਰਦੁਆਰੇ ਘੁੰਮ ਕੇ ਆਏ। ਉਦੋਂ ਮੇਰੇ ਨਾਲ 3 ਬੱਸਾਂ ਸੀ, ਸੰਗਤਾਂ ਦੀਆਂ 3 ਬੱਸਾਂ ਯਾਤਰਾ ਵਾਸਤੇ ਲੈ ਕੇ ਗਏ ਸੁਲਤਾਨਪੁਰ ਲੋਧੀ। ਸਾਰੇ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਲੈ ਕੇ ਸੁਲਤਾਨਪੁਰ ਲੋਧੀ ਧਰਤੀ ਤੇ ਇੰਨਾ ਇਕੱਠ ਕਿ ਉੱਥੇ ਲੰਗਰ ਛਕਣ ਦਾ ਵੀ ਸਮੇਂ ਨਹੀਂ ਲੱਗਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਦਰਸ਼ਨ ਵੀ ਬੜੇ ਔਖੇ ਹੋਏ। ਅਸੀਂ ਇਸੇ ਤਰ੍ਹਾਂ ਘੁੰਮਦੇ ਘੁਮਾਉਂਦੇ ਵਾਪਸ ਸੰਗਰੂਰ ਵੱਲ ਨੂੰ ਗੇੜਾ ਕੱਢ ਕੇ ਆਏ। ਉਹ ਕਹਿਣ ਲੱਗੇ, ਬਾਕੀ 2 ਬੱਸਾਂ ਪਿਛਲੇ ਪਾਸੇ ਸੀ, ਮੈਂ ਮੂਰਲੀ ਬੱਸ ਦੇ ਵਿੱਚ ਸੀ। ਕਹਿੰਦੇ ਵੀ ਬਾਬਾ ਜੀ ਨੂੰ ਕਹੋ ਵੀ ਬੱਸਾਂ ਰੋਕਣ, ਭੁੱਖ ਬੜੀ ਲੱਗੀ ਆ। ਵੀ ਇੱਥੇ ਮਸਤੂਆਣਾ ਗੁਰਦੁਆਰਾ ਸਾਹਿਬ ਲੰਗਰ ਪਾਣੀ ਛਕ ਕੇ ਚੱਲਾਂਗੇ। ਰਾਤ ਦਾ ਮੇਰਾ ਖਿਆਲ ਵੀ 12:30 ਵਜੇ ਦਾ ਟਾਈਮ ਹੋਊਗਾ। ਉਹ ਕਈ ਕਹਿਣ ਲੱਗੇ ਜੀ, ਕਹਿੰਦੇ ਇੱਥੇ ਹੁਣ ਕਿਹੜਾ ਲੰਗਰ, ਤੁਸੀਂ ਲੰਗਰ ਭਾਲ ਦਿਓ ਰਾਤ ਨੂੰ, ਲੰਗਰ ਪਾਣੀ ਕਿੱਥੇ, ਉਰੇ ਪ੍ਰਸ਼ਾਦਾ ਕਿੱਥੇ। ਚਲੋ ਛੱਡੋ ਖੜਾ ਬਾਬਾ ਜੀ, ਹੁਣ ਚੱਲਦੇ ਆ, ਘੰਟਾ ਹੋਰ ਲੱਗੂਗਾ, ਪਹੁੰਚ ਜਾਵਾਂਗੇ। ਹੁਣ ਮਸਤੂਆਣੇ ਤੋਂ ਕਿੰਨੀ ਕੁ ਦੂਰ ਆ, ਕਹਿੰਦੇ ਨੇੜੇ ਹੀ ਆ। ਮੈਂ ਕਿਹਾ ਮੈਂ ਚਿੰਤਾ ਨਾ ਕਰੋ, ਸੰਤਾ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਆਪਾਂ ਨੂੰ ਡੀਕ ਰਹੇ ਨੇ। ਆਖੋ ਸਤਿਨਾਮ ਵਾਹਿਗੁਰੂ ਜੀ। ਉਹ ਆਪਾਂ ਨੂੰ ਡੀਕ ਰਹੇ ਨੇ। ਚਲੋ ਪ੍ਰਸ਼ਾਦਾ ਮਿਲੇਗਾ, ਚਲੋ ਚੱਲੀਏ। ਸਾਰੇ ਇਕੱਠੇ ਹੋਏ, 3 ਬੱਸਾਂ ਲਾਈਆਂ। ਦਰਬਾਰ ਸਾਹਿਬ ਦੇ ਵਿੱਚ ਸਮਾਪਤੀ ਹੋਈ ਸੀ, ਰਾਤ ਦਾ ਸਮਾਂ ਸੀ। ਮੱਥਾ ਟੇਕ ਕੇ ਲੰਗਰ ਦੇ ਵਿੱਚ ਜਦੋਂ ਗਏ, ਇੱਕ ਦੇਗਾ ਗਰਮ ਸਬਜ਼ੀ ਦਾ, ਗੋਭੀ ਦੀ ਸਬਜ਼ੀ ਬਣੀ ਹੋਈ ਗਰਮ, ਇੱਕ ਟਾਪਾ ਪ੍ਰਸਾਦਿਆਂ ਦਾ ਭਰਿਆ ਹੋਇਆ ਪੂਰਾ। ਅਸੀਂ ਕਿਹਾ ਜੀ ਪ੍ਰਸਾਦਾ ਛਕਣਾ। ਉਹ ਕਹਿੰਦੇ ਬੈਠੋ। ਜਦੋਂ ਬੈਠੇ ਗੁਰਮੁਖ ਪਿਆਰਿਓ ਸਾਰਿਆਂ ਨੇ ਰੱਜ ਕੇ ਪ੍ਰਸਾਦਾ ਛਕਿਆ। ਗਰਮ ਪ੍ਰਸਾਦੀ ਤੇ ਗਰਮ ਹੀ ਸਬਜ਼ੀ। ਆਖੋ ਸਤਿਨਾਮ ਵਾਹਿਗੁਰੂ ਜੀ। ਕਦੇ ਤੋਟ ਨਹੀਂ ਆਉਂਦੀ, ਖਾਵੋ ਖਰਚੋ ਰਲ ਮਿਲ ਭਾਈ, ਵੱਧ ਦੋ ਜਾਵੇ ਤੋਟ ਨਾ ਆਈ। ਇਹ ਤਾਂ ਜਿੰਨਾ ਖਰਚਦੇ ਆ ਖਾਂਦੇ ਆ ਨਾ, ਉਨੀ ਵੱਧਦਾ। ਆਖੋ ਸਤਿਨਾਮ ਵਾਹਿਗੁਰੂ ਜੀ। ਹੁਣ ਆਪਣੇ ਇਮਾਰਤ ਚੱਲ ਰਹੀ ਹੈ ਨਾ, ਸੇਵਾ ਚੱਲ ਰਹੀ ਹੈ ਗੁਰੂ ਘਰ ਦੀ। ਪਰ ਮੈਂ ਇਹ ਸੋਚਿਆ ਸੀ, ਮੈਂ ਸਲਾਹ ਜੀ ਕੀਤੀ ਸੀ, ਮਾਂ ਵੀ ਪਹਿਲਾਂ ਚਲੋ ਇੱਧਰ ਇੱਕ ਕਮਰੇ ਦੇ ਨਾਲ ਚਲੋ ਜਪ ਤਪ ਕਰਦੇ, ਬਾਹਰ ਬਹੁਤਾ ਨਹੀਂ ਨਿਕਲਦੇ, ਵੀ ਆਪਾਂ ਲੈਟਰਿੰਗ ਬਾਥਰੂਮ ਸਾਈਡ ਤੇ ਨਾਲੇ ਬਣਾ ਦੇਣੇ, ਟਾਕੀ ਜੀ ਭੰਨ ਕੇ ਬਾਥਰੂਮ ਬਣਾ ਲਾਂਗੇ। ਇਹ ਕਹਿੰਦੇ ਜੀ ਠੀਕ ਆ, ਜਿਵੇਂ ਠੀਕ ਲੱਗਦਾ ਤੁਹਾਨੂੰ। ਮਾਂ ਵੀ ਫਿਰ ਸਮਾਂ ਆਵੇਗਾ, ਇੱਥੋਂ ਆਪਾਂ ਮੇਰੇ ਵਾਲੇ ਕਮਰੇ ਵਿੱਚ ਦੀ ਗੇਟ ਭੰਨ ਕੇ ਤੇ ਇੱਧਰ ਕਮਰਾ ਬਣਾ ਦਾਂਗੇ, ਤੇ ਜਦੋਂ ਕੋਈ ਸਮਾਂ ਆਊਗਾ। ਪਰ ਮੈਨੂੰ ਵੀ ਨਹੀਂ ਸੀ ਪਤਾ ਲੱਗਿਆ ਵੀ ਇੰਨੀ ਛੇਤੀ ਆ ਜੂ ਸਮਾਂ। ਕਮਰਾ ਤਾਂ ਬਣਿਆ ਹੋਇਆ ਨਾ ਆਪਣੇ ਕੋਲ, ਕਿੰਨਾ ਸ਼ਾਨਦਾਰ ਕਮਰਾ ਬਣਿਆ ਹੋਇਆ। ਪਰ ਜੋ ਸਤਿਗੁਰੂ ਨੂੰ ਭਾਉਂਦਾ ਬਣ ਕੇ ਉਹੀ ਰਹਿਣਾ। ਆਪਾਂ ਗੱਲਾਂ ਕਰਦੇ ਨੇ ਵੀ ਮਹਾਰਾਜ ਦੇ ਦਰਬਾਰ ਬਣਾਉਣਾ ਆਪਾਂ ਨੇ। ਮਹਾਰਾਜ ਜੀ ਕਹਿੰਦੇ ਪਹਿਲਾਂ ਤੈਨੂੰ ਰਹਿਣ ਵਾਸਤੇ ਵਧੀਆ ਬਣਾ ਦਈਏ। ਤਾਂ ਹੁਣ ਉਹ ਸੇਵਾਵਾਂ ਚੱਲ ਰਹੀਆਂ, ਸਾਰੀਆਂ ਸੰਗਤਾਂ ਦੇਖ ਰਹੀਆਂ ਨੇ। ਹੁਣ ਵਿਚਾਰੇ ਡਰਦੇ ਨੇ ਕਈ ਵਾਰ ਵੀ ਕੰਮ ਲੰਮਾ ਛੜ ਗਿਆ ਜੀ, ਕਿਤੇ ਮਾਇਆ ਮੂਇਆ ਦਾ। ਮੈਂ ਚਿੰਤਾ ਨਾ ਕਰੋ, ਗੀਜਾ ਮੇਰਾ ਹੱਥ ਸੋਡਾ, ਕੱਢੀ ਚੱਲੋ ਤੇ ਵਰਤੀ ਚੱਲੋ, ਮਾਇਆ ਨਹੀਂ ਮੁੱਕਣ ਦਿੰਦੇ ਹੈਗੇ।
ਜਿੰਨੀ ਕੁ ਦੀ ਲੋੜ ਹੋਇਆ ਕਰੋ ਉਹਨਾਂ ਦੱਸ ਦਿਆ ਕਰੋ, ਉਹਨੂੰ ਤੁਹਾਨੂੰ ਦੇ ਦਿਆ ਕਰਾਂਗੇ। ਅੱਜ ਦਿੱਤਾ ਇਹਨਾਂ ਨੂੰ 20-25 ਹਜ਼ਾਰ ਰੁਪਈਆ, 20-25 ਹਜ਼ਾਰ ਰੁਪਈਆ ਗੀਜਾ ਭਰੀ ਬੈਠਾ ਮੈਂ ਇੱਧਰ, ਹੋਰ ਦੇ ਦੇਣਾ ਸਵੇਰੇ ਫਿਰ ਹੋਰ ਆ ਜਾਣੇ ਨੇ। ਇਹ ਤਾਂ ਭਾਈ ਗੁਰੂ ਦਾ ਖਜ਼ਾਨਾ ਇਹ ਨਹੀਂ ਮੁੱਕਦਾ ਹੈ, ਇਹਨੂੰ ਕਰਾਮਾਤਾਂ ਕਹਿੰਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਸਾਰੇ ਕਹਿੰਦੇ ਬਾਬਾ ਜੀ ਦਰਬਾਰ ਸਾਹਿਬ ਛੇੜੋ ਤਾਂ ਸੀ ਕਰਾਂ, ਤੁਸੀਂ ਜੋ ਹੁਕਮ ਕਰੋਗੇ ਉਹੀ ਦੇਵਾਂਗੇ, ਕਿਹੜਾ ਕਰ ਦਿਓ ਸ਼ੁਰੂ ਕੰਮ। ਮੈਂ ਕਿਹਾ ਚਿੰਤਾ ਨਾ ਕਰੋ, ਇੱਥੇ ਹੀ ਹੋਊਗਾ, ਦੇਖਦੇ ਜਾਓ ਤੁਹਾਡੇ ਸਾਹਮਣੇ। ਜਿੰਨੇ ਬਚਨ ਕੀਤੇ ਉਹਨੇ ਪੂਰੇ ਕਰੇ ਨੇ ਪਹਿਲਾਂ, ਤੇ ਸਭ ਤੋਂ ਵੱਡਾ ਬਚਨ ਹੈ ਦਰਬਾਰ ਸਾਹਿਬ ਵਾਲਾ, ਇਹ ਮੈਂ ਨਹੀਂ ਕਰਨਾ ਗੁਰੂ ਨੇ ਕਿਰਪਾ, ਪਰ ਆਪਣੇ ਭਗਤਾਂ ਪਿਆਰਿਆਂ ਵਿੱਚ ਵਰਤ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਦੇਖੋ ਰੌਣਕਾਂ ਲੱਗੀ ਹੋਈ ਨੇ ਕਿ ਨਹੀਂ ਲੱਗੀ ਹੋਈ ਇੱਦਾਂ ਦੀਆਂ, ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ। ਇਹ ਸਭ ਭਾਈ ਨਾਮ ਦੀਆਂ ਕਰਾਮਾਤਾਂ ਨੇ, ਇਹ ਬੰਦਗੀ ਦੀਆਂ ਕਰਾਮਾਤਾਂ ਨੇ। ਮੈਂ ਕਿਹਾ ਸੀ ਨਾ ਵੀ ਬੜੀਆਂ ਇਮਾਰਤਾਂ ਬਣਨਗੀਆਂ, ਹੋ ਗਈਆਂ ਨਾ ਸ਼ੁਰੂ ਕੰਮ ਚੱਲਣਾ। ਮੈਂ ਕੱਲ ਕਿਹਾ ਸੀ ਮਹਾ ਭਾਈ ਜਿਹੜਾ ਰੇਤਾ ਇਹ ਤਾਂ ਮੈਂ ਵੱਧਦਾ ਜਾਊਗਾ, ਦੇਖਦੇ ਜਾਓ। ਉਹ ਜਦੋਂ ਸਵੇਰੇ ਮੈਂ ਹਜੇ ਗੱਲੇ ਕਰ ਰਿਹਾ ਸੀ, ਪਤਾ ਨਹੀਂ ਰਾਤ ਨੂੰ ਕਿਹੜਾ ਟਰਾਲੀ ਲਾ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਮੈਨੂੰ ਕਹਿੰਦੇ ਜੀ ਆਹ ਟਰਾਲੀ ਪਤਾ ਨਹੀਂ ਕਿਹੜਾ ਲਾ ਗਿਆ। ਮੈਂ ਰਾਤ ਤੇ ਕਹਿ ਦੇਵੇ ਤਾਂ ਵੱਧਦਾ ਜਾਊਗਾ, ਦੇਖੋ ਵੱਧ ਰਿਹਾ ਕਿ ਨਹੀਂ। ਇਹ ਤਾਂ ਗੁਰੂ ਘਰ ਦੀਆਂ ਕਰਾਮਾਤਾਂ ਨੇ, ਵਰਤਦੀਆਂ ਰਹਿੰਦੀਆਂ ਨੇ। ਚਿੰਤਾ ਨਹੀਂ ਕਰਨੀ ਚਾਹੀਦੀ। ਜਦੋਂ ਸੇਵਾ ਚੱਲਦੀ ਹੈ ਨਾ, ਦਿਲ ਤੇ ਦਿਮਾਗ ਵੱਡੇ ਜਦੋਂ ਕਰ ਲਈਏ, ਫਿਰ ਆਪਣੇ ਆਪ ਹੀ ਚੱਲਦਾ ਰਹਿੰਦਾ ਕੰਮ ਕਰ ਰਹੇ। ਸੋ ਸਤਿਗੁਰੂ ਦੀ ਕਿਰਪਾ ਰਹਿਮਤਾਂ। ਬੀਬੀਆਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ, ਜਿਹੜੀਆਂ ਨਰੇਗਾ ਵਾਲੀਆਂ ਨੇ, ਜਿਹੜੀਆਂ ਨਰੇਗਾ ਵਾਲੀਆਂ ਬੀਬੀਆਂ ਨੇ, ਉਹਨਾਂ ਦਾ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰਾਂਗਾ। ਇੰਨੀ ਮਿੱਟੀ ਮੇਰਾ ਖਿਆਲ ਵੀ 10 ਟਰਾਲੀਆਂ ਤਾਂ ਪੈ ਗਈਆਂ ਹੋਣਗੀਆਂ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਤੁਸੀਂ ਸੋਚਦੇ ਹੋਵੋਗੇ 10 ਟਰਾਲੀਆਂ ਇੱਥੇ ਕਿੱਥੇ ਪਾਤੀਆਂ ਇੰਨੀਆਂ, ਕਿਉਂਕਿ ਜਿਹੜਾ ਆਪਾਂ ਦਰਬਾਰ ਸਾਹਿਬ ਬਣਾਉਣਾ ਨਾ, ਉਹ ਇਹ ਜਗ੍ਹਾ ਤੋਂ 5 ਫੁੱਟ ਉੱਚੇ ਚੱਕ ਕੇ ਬਣਾਉਣਾ। 5 ਫੁੱਟ ਉੱਚੇ ਲੰਗਰ ਹਾਲ, ਥੱਲੇ ਭਰਤ ਪਾ ਕੇ ਲੰਗਰ ਹਾਲ, ਤੇ ਉੱਪਰ ਦਰਬਾਰ ਸਾਹਿਬ ਸ਼ੁਰੂ ਕਰਨਾ। ਉਸ ਹਿਸਾਬ ਦੇ ਨਾਲ ਕਮਰਿਆਂ ਦੀ ਚੌਂਕੀ ਜਿਹੜੀ ਆਪਾਂ ਨੇ ਬਣਾਈ ਆ, ਉਹ 4 ਫੁੱਟ ਬਣਾਈ ਆ, ਤੇ ਦਰਬਾਰ ਸਾਹਿਬ ਤੋਂ 1 ਫੁੱਟ ਨੀਵੀਂ। ਉੱਥੇ ਇੰਨੀ ਮਿੱਟੀ ਪੈ ਗਈ ਆ, ਤੇ ਕੱਲ ਨੂੰ ਮੈਨੂੰ ਐਂ ਲੱਗਦਾ ਵੀ 1.5-2 ਟਰਾਲੀਆਂ ਜਿਹੀਆਂ ਹੋਰ ਪੈ ਜਾਣਗੀਆਂ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਬੀਬੀਆਂ ਸੁਣਦੀਆਂ ਆਉਣਗੀਆਂ, ਨਰੇਗਾ ਵਾਲੀਆਂ ਵਿਚਾਰੀਆਂ ਨੇ, ਇਹਨਾਂ ਨੇ ਅੱਜ 100 ਰੁਪਈਆ ਸਾਰੀਆਂ ਨੇ ਇਕੱਠਾ ਕਰਕੇ ਦਿੱਤਾ। 40-4500 ਰੁਪਈਆ ਬੀਬੀਆਂ ਵੱਲੋਂ ਸਪੈਸ਼ਲ ਨਰੇਗਾ ਵਾਲੀਆਂ ਵੱਲੋਂ ਆਇਆ। ਬਹੁਤ ਧੰਨਵਾਦ ਇਹਨਾਂ ਦਾ। ਸੋ ਸਾਰੀ ਦਿਹਾੜੀ ਸੇਵਾਵਾਂ ਮਿੱਟੀ ਦੇ ਤਸਲੇ ਭਰ ਇਹਨਾਂ ਨੇ ਕੀਤੀਆਂ। ਪਰ ਬੇਨਤੀ ਕਰਾਂਗਾ, ਕੱਲ ਨੂੰ ਨਰੇਗਾ ਦੀ ਛੁੱਟੀ ਆ, ਇੱਧਰ ਸਾਡੇ ਵਾਲੀ ਨਰੇਗਾ ਚਲਾ ਲਿਓ। ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਵਾਲੀ ਨਰੇਗਾ ਚਲਾ ਲਿਓ ਭਾਈ। ਜਿਹੜੇ ਵੇਲੇ ਲਾਹਾ ਵੀ ਲੈ ਲਿਓ, ਚਲੋ ਕੰਮਕਾਰ ਵੀ ਨੇ ਕਰ ਲਿਓ, ਤੇ 2-3 ਘੰਟੇ ਜ਼ਰੂਰ ਕੱਢ ਲਿਓ, ਤੇ ਆਪਾਂ ਨੇ ਸਾਰੇ ਨੇ ਰਲ ਮਿਲ ਕੇ ਇਸ ਤਰ੍ਹਾਂ ਸੇਵਾਵਾਂ ਗੁਰੂ ਘਰ ਦੀਆਂ ਕਰਨੀਆਂ ਨੇ। ਬਹੁਤਾ ਸਮਾਂ ਨਹੀਂ ਲਾਣਾ, ਬਸ 2-3 ਘੰਟੇ ਕੱਲ ਨੂੰ ਜ਼ਰੂਰ ਸਮਾਂ ਆਪਣੇ ਘਰ ਦੇ ਕੰਮ ਕਾਰਜੇ ਨਿਬੇੜ ਕੇ, ਕੱਪੜਾ ਲੀੜਾ ਧੋਣਾ ਹੁੰਦਾ, ਕਈ ਵਾਰ ਧੋ ਧੰਮੜ ਕਰਕੇ 10 ਵਜੇ 11 ਵਜੇ ਜ਼ਰੂਰ 2 ਘੰਟੇ 3 ਘੰਟੇ ਜੋ ਲੱਗਣਗੇ, ਉਹ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਆ। ਸੋ ਆਓ ਬਾਕੀ ਵਿਚਾਰਾਂ ਕਰਾਂਗੇ ਕੱਲ ਨੂੰ ਆਪਣੇ ਕੋਲ ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਜੋ ਬੜਾ ਸੁਰੀਲਾ ਕੀਰਤਨ, ਬੜੇ ਪਿਆਰ ਵਾਲੇ ਨੇ, ਬੜੇ ਸਤਿਕਾਰ ਵਾਲੇ ਨੇ। ਉਹ ਮਹਾਂਪੁਰਸ਼ਾਂ ਦੇ ਤੁਹਾਨੂੰ ਕੱਲ੍ਹ ਸਾਰਿਆਂ ਦੇ ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਵਾਂਗੇ। ਤੇ ਸਾਰੇ ਸੰਗਤਾਂ ਨੇ, ਨਗਰ ਨਿਵਾਸੀਆਂ ਨੇ ਭਾਈ ਲਾਹਾ ਪ੍ਰਾਪਤ ਕਰਨਾ ਹੈ। ਗੁਰਬਾਣੀ ਕਥਾ ਕੀਰਤਨ ਸੁਣ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਨਾ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ। ਆਸਾ ਦੀ ਵਾਰ ਬਾਣੀ ਉਹ ਬਾਣੀ ਆ ਜਿਹਨੂੰ ਸੁਣਨ ਦੇ ਨਾਲ, ਕੀਰਤਨ ਕਰਨ ਦੇ ਨਾਲ, ਸੁਣਨ ਵਾਲੇ ਦੀਆਂ, ਕੀਰਤਨ ਕਰਨ ਵਾਲੇ ਦੀਆਂ ਮਨ ਦੀਆਂ ਆਸਾਂ ਭਾਵਨਾ ਪੂਰੀਆਂ ਹੋ ਜਾਂਦੀਆਂ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ, ਤੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਭਾਈ। ਆਓ ਫਿਰ ਮੈਂ ਸਾਰੀਆਂ ਸੰਗਤਾਂ ਦਾ, ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਮੇਂ 'ਚੋਂ ਸਮਾਂ ਕੱਢ ਕਰਕੇ
ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ। ਸੋ ਦੂਸਰੇ ਮਹੀਨੇ ਦੇ ਵਿੱਚ ਅਸੀਂ ਪਿੰਡ ਕਲਹੇੜੀ ਲੜਕੀਆਂ ਦੇ ਵਿਆਹ ਕਰਨੇ ਆ। ਕੋਈ ਆਪਣੇ ਰਿਸ਼ਤੇਦਾਰੀ ਦੇ ਵਿੱਚ, ਕੋਈ ਸਾਕ ਸੰਬੰਧੀ, ਕੋਈ ਆਪਣੇ ਨਗਰ ਦੇ ਵਿੱਚ ਕੋਈ ਪਰਿਵਾਰ, ਲੜਕੀ ਕੋਈ ਵੀ ਹੋਵੇ, ਆਪਾਂ ਨੇ ਦੂਸਰੇ ਮਹੀਨੇ ਦੇ ਵਿੱਚ ਲਾਸਟ ਦੇ ਵਿੱਚ ਜਾ ਕੇ ਵਿਆਹ ਕਰਨੇ ਨੇ। ਅਸੀਂ ਕੱਲ੍ਹ ਨੂੰ ਸਾਡਾ ਦੀਵਾਨ ਆ ਪਿੰਡ ਕਲਹੇੜੀ, ਉੱਥੇ ਸਵੇਰੇ ਅਸੀਂ ਕੀਰਤਨ ਕਰਨ ਵਾਸਤੇ ਜਾਣਾ ਹੈ। ਵਿਚਾਰ ਕਰਾਂਗੇ ਮਹਾਂਪੁਰਸ਼ਾਂ ਨਾਲ। ਕੋਈ ਵੀ ਹੋਵੇ, ਸਾਰਾ ਸਮਾਨ, ਪੇਟੀ, ਬਾਕਸ, ਬੈੱਡ, ਲਵਾਰੀ, ਪੱਖਾ, ਸੋਫਾ ਸੈੱਟ ਔਰ ਸ਼ੀਸ਼ੇ ਵਾਲਾ ਮੇਜ਼, ਸਾਰਾ ਦੇਣ ਲੈਣ ਦੇ ਸੂਟ ਭਾਵੇਂ 50 ਹੋ ਜਾਣ, ਔਰ ਸਿਲਾਈ ਮਸ਼ੀਨ, ਬਿਸਤਰੇ, ਸਾਰੇ ਤਰ੍ਹਾਂ ਦਾ ਸਮਾਨ ਲੜਕੇ ਨੂੰ ਦਿੱਤਾ ਜਾਂਦਾ ਹੈ। ਇਹ ਸੰਗਤਾਂ ਦੇ ਸਹਿਯੋਗ ਦੇ ਨਾਲ, ਜਿਵੇਂ ਆਪਾਂ ਪਿੱਛੇ ਬੇਨਤੀ ਕੀਤੀ ਸੀ, ਦੇਖ ਲਓ ਵੀ 60-70 ਸੂਟ ਹੋ ਗਏ ਸੀ। 5 ਲੜਕੀਆਂ ਦੇ ਵਿਆਹ ਕੀਤੇ ਸੀ 90 ਨੇੜੇ ਪਿੰਡ ਕਕਰਾਲੇ। ਬੜਾ ਸੰਗਤਾਂ ਨੇ ਸਹਿਯੋਗ ਦਿੱਤਾ। ਇਹ ਹੁੰਦੀ ਆ ਸੇਵਾ। ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਗਰੀਬ ਦੀ ਹੈਲਪ ਕਰਤੀ, ਗੁਰੂ ਦੀਆਂ ਖੁਸ਼ੀਆਂ ਹੋ ਜਾਂਦੀਆਂ ਨੇ। ਆਖੋ ਸਤਨਾਮ ਵਾਹਿਗੁਰੂ ਆਈ। ਜੀ। ਤਿਲ ਤਿਲ ਦੇ ਨਾਲ ਕਿੰਨਾ ਕੁਝ ਬਣ ਜਾਂਦਾ ਹੈ। ਲੜਕੀਆਂ ਗਰੀਬ ਪਰਿਵਾਰ ਦੀਆਂ, ਲੋੜਵੰਦ ਦੀਆਂ ਬਾਹਰੋਂ ਉੱਠ ਕੱਢਦੀਆਂ ਨੇ। ਸੋ ਦੂਸਰੇ ਮਹੀਨੇ ਵਿੱਚ ਕਰਾਂਗੇ ਵਿਆਹ। ਕੋਈ ਇਸ ਤਰ੍ਹਾਂ ਦਾ ਪਰਿਵਾਰ ਆ, ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਜਿਹੜਾ ਕੋਈ ਕਈ ਵਾਰ ਕਾਹਲਾ ਹੁੰਦਾ ਵੀ ਛੇਤੀ ਕਰਨ ਵਾਲਾ, ਉਹਨਾਂ ਦੀ ਅਸੀਂ ਬਰਾਤ ਦੀ ਸੇਵਾ ਕਰ ਸਕਦੇ ਹਾਂ। ਜਿਹੜਾ ਕਾਹਲਾ ਕੱਲਾ ਬਰਾਤ ਦੀ ਸੇਵਾ, ਜਿਵੇਂ ਆਪਾਂ ਆਉਂਦੇ ਨੂੰ ਚਾਹ ਪਾਣੀ, ਬ੍ਰੈਡ ਪਕੌੜਾ, ਜੋ ਵੀ ਰਸਗੁੱਲਾ ਜੋ ਹੁੰਦਾ ਉਹ, ਤੇ ਆਨੰਦ ਕਾਰਜ ਕੀਤੇ ਜਾਂਦੇ ਆ। ਤੇ ਉਸ ਤੋਂ ਬਾਅਦ ਲੰਗਰ ਪਾਣੀ, ਪ੍ਰਸਾਦੇ ਪਾਣੀ ਦਾ ਪ੍ਰੋਗਰਾਮ ਕੋਈ ਇਸ ਤਰ੍ਹਾਂ ਦਾ ਹੋਵੇ, ਉਹਦੀ ਇਸ ਤਰ੍ਹਾਂ ਸੇਵਾ ਕੱਲੀ ਬਸ ਆ ਲੰਗਰ ਪਾਣੀ ਚਾਹ ਪਾਣੀ ਦੀ ਐਟ ਏ ਟਾਈਮ ਵਾਲਾ, ਉਹਦੀ ਇਸ ਤਰ੍ਹਾਂ ਸੇਵਾ ਕੀਤੀ ਜਾਣੀ ਆ। ਬਾਕੀ ਜਿਹੜਾ ਪੂਰਾ ਸਮਾਨ ਲੈਣ ਵਾਲਾ ਪਰਿਵਾਰ, ਲੜਕੀ, ਉਹ ਫਿਰ ਦੂਸਰੇ ਮਹੀਨੇ ਦੇ ਵਿੱਚ ਵਿਆਹ ਕਰਾਂਗੇ। ਤੁਹਾਨੂੰ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਸੂਟਾਂ ਬਾਰੇ, ਕੱਪੜੇ ਲੀੜੇ ਪੈਸੇ ਬਾਰੇ, ਫਿਰ ਆਪਾਂ ਨੇ ਉੱਥੇ ਸੇਵਾ ਦੇ ਵਿੱਚ ਯੋਗਦਾਨ ਪਾਉਣਾ। ਸੋ ਆਓ, ਕੋਈ ਵੀ ਪਰਿਵਾਰ ਇਸ ਤਰ੍ਹਾਂ ਦਾ ਹੋਵੇ ਸੰਪਰਕ ਕਰ ਸਕਦਾ ਹੈ। ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਵੇਰੇ ਸਾਰੀਆਂ ਸੰਗਤਾਂ ਨੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਨਾ। ਤਨ ਹੈ, ਤਨ ਹੈ, ਤਨ ਹੈ ਗੁਰੂ ਨਾਨਕ ਸਾਹਿਬ ਜੀ। ਤਨ ਹੈ, ਤਨ ਹੈ ਗੁਰੂ ਨਾਨਕ ਦੇਵ ਸਾਹਿਬ। ਤਨ ਹੈ, ਤਨ ਹੈ, ਤਨ ਹੈ, ਤਨ ਹੈ ਗੁਰੂ ਨਾਨਕ ਦੇਵ ਸਾਹਿਬ। ਤਨ ਹੈ, ਹਾਂਜੀ ਤਨ ਹੈ, ਤਨ ਹੈ, ਤਨ ਹੈ ਗੁਰੂ ਅੰਗਦ ਦੇਵ ਸਾਹਿਬ। ਤਨ ਹੈ, ਤਨ ਹੈ, ਤਨ ਹੈ, ਤਨ ਹੈ ਗੁਰੂ ਅੰਗਦ ਦੇਵ ਸਾਹਿਬ। ਤਨ ਹੈ, ਤਨ ਹੈ, ਤਨ ਹੈ ਗੁਰੂ ਅੰਗਦ ਦੇਵ ਸਾਹਿਬ। ਤਨ ਹੈ, ਤਨ ਹੈ ਗੁਰੂ ਅੰਗਦ ਦੇਵ ਸਾਹਿਬ। ਤਨ ਹੈ। ਸੋ ਸੰਗਤਾਂ ਨੂੰ ਹੋਰ ਬੇਨਤੀ, ਜਿਹੜੀਆਂ ਸੰਗਤਾਂ ਐਤਵਾਰ ਨੂੰ ਮਿਲਣ ਵਾਲੀਆਂ ਹੁੰਦੀਆਂ ਨੇ, ਕੋਈ ਬਚਨ ਬਿਲਾਸ ਕਰਾਉਣ ਵਾਲੀਆਂ, ਉਹ ਭਾਈ ਕੱਲ੍ਹ ਨੂੰ 12 ਵਜੇ ਤੋਂ 1 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਸਥਾਨ 'ਤੇ ਆਵਾਂਗੇ, ਕਿਉਂਕਿ ਦੀਵਾਨ ਹੈ। ਉੱਥੇ 11 ਸਾਢੇ 11 ਵਜੇ ਸਮਾਪਤੀ ਹੋਵੇਗੀ। ਸੰਗਤਾਂ ਨੂੰ ਮਿਲ ਗਿਲ ਕੇ ਫਿਰ ਆਪਾਂ ਉਰੇ ਆਵਾਂਗੇ। 1 ਵਜੇ ਤੋਂ ਬਾਅਦ ਜਿਹੜਾ ਮਿਲਣ ਗਿਲਣ ਵਾਲਾ ਉਹ ਜ਼ਰੂਰ ਪਹੁੰਚੇ। ਤਨ ਹੈ, ਤਨ ਹੈ, ਤਨ ਹੈ ਗੁਰੂ ਅਮਰਦਾਸ ਜੀ। ਤਨ ਹੈ, ਤਨ ਹੈ, ਤਨ ਹੈ, ਤਨ ਹੈ ਗੁਰੂ
ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਓ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਓ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਓ ਧਨ ਹੈ ਧਨ ਹੈ ਧਨ ਹੈ ਗੁਰੂ ਹਰਿਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਿਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਿਰਾਏ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਿਰਾਏ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਹਰਿਰਾਏ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਹਰਿਰਾਏ ਸਾਹਿਬ ਜੀ ਧਨ ਜਿਸ ਦਿਖਿਆ ਦੁਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧਨ ਹੈ ਜਿਸ ਦਿਖਿਆ ਸਭ ਦੁੱਖ ਜਾਏ ਗੁਰੂ ਜਿਠ ਡਿਠਿਆ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧਨ ਹੈ ਜਿਤ ਡਿਠਿਆ ਸਭ ਦੁੱਖ ਜਾਏ ਤੇਰੇ ਹਰਿਕ੍ਰਿਸ਼ਨ ਸਾਹਿਬ ਜੀ ਧਨ ਜਾਏ ਤੇਰੇ ਹਰਿਕ੍ਰਿਸ਼ਨ ਸਾਹਿਬ ਜੀ ਧਨ ਹੈ ਜਿਤ ਡਿਠਿਆ ਸਭ ਦੁੱਖ ਜਾਏ ਤੇਰੇ ਹਰਿਕ੍ਰਿਸ਼ਨ ਜੀ ਧਨ ਹੈ ਹਿੰਦ ਦੀ ਚਾਦਰ ਧਨ ਹੈ ਹਿੰਦ ਦੀ ਚਾਦਰ ਧਨ ਹੈ ਹਿੰਦ ਦੀ ਚਾਦਰ ਧਨ ਹੈ ਗੁਰ ਤੇਗ ਬਹਾਦਰ ਸਾਹਿਬ ਧਨ ਹੈ ਓ ਹਿੰਦ ਦੀ ਚਾਦਰ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਚਾਦਰ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਪੁੱਤਰਾਂ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਹਾਜੀ ਪੁੱਤਰਾ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਪੁੱਤਰਾ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਸਾਰੀ ਦੁਨੀਆ ਦੇ ਮਾਲਕ ਧਨ ਹੈ ਵਾਹ ਵਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਸਾਰੀ ਦੁਨੀਆ ਦੇ ਮਾਲਕ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਦੁਨੀਆ ਦੇ ਮਾਲਕ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਸਾਧ ਸੰਗਤ ਦੀ ਧਨ ਹੈ ਗੁਰਾਂ ਦੇ ਪੰਜ ਪਿਆਰੇ ਧਨ ਹੈ ਗੁਰਾਂ ਦੇ ਪੰਜ ਪਿਆਰੇ ਧਨ ਹੈ ਗੁਰਾਂ ਦੀ